जी वाहिगुरू जी का खालसा वाहिगुरू जी की फतेह। एजुकेट पंजाब प्रोजेक्ट ਵੱਲੋਂ ਲਗਾਏ ਜਾ ਰਹੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਰੋਜ਼ ਦੀ ਤਰ੍ਹਾਂ ਹੀ ਜਾਪ ਦੀ ਸੇਵਾ ਨਿਭਾਉਣਗੇ ਜੀ ਪ੍ਰਭਜੋਤ ਸਿੰਘ ਜੀ ਤੇ ਪਰਮੀਤ ਸਿੰਘ ਜੀ 15636 ਤੇ 15637 ਜ਼ੋਨ ਪਟਿਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਅੱਗੇ ਕੀਰਤਨ ਦੀ ਸੇਵਾ ਨਿਭਾਉਣਗੇ ਜੀ ਮਹਿਕਪ੍ਰੀਤ ਕੌਰ ਜੀ 16099 ਜ਼ੋਨ ਪਟਿਆਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਾਲ ਲਿਖ ਨਾ ਲੇਖ ਫਰੀਦਾ ਕਾਲ ਲਿਖ ਨਾ ਲੇਖ ਕਾਲ ਲਿਖ ਨਾ ਲੇਖ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਕਾਲੇ ਲਿਖ ਨਾ ਲੇਖ ਕਾਲੇ ਲਿਖ ਨਾ ਲੇਖ ਫਰੀਦਾ ਕਾਲੇ ਲਿਖ ਨਾ ਲੇਖ ਆਪ ਨੜੇ ਗਿਰਵਾਨ ਮੈਂ ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ ਸਿਰ ਨੀਵਾਂ ਕਰ ਦੇਖ ਕਾਲੇ ਲਿਖ ਨਾ ਲੇਖ ਫਰੀਦਾ ਕਾਲੇ ਲਿਖ ਨਾ ਲੇਖ ਕਾਲੇ ਮੈਂਡੇ ਕੱਪੜੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ ਲੋਕ ਕਹੇ ਦਰਵੇਸ ਕਾਲੇ ਲਿਖ ਨਾ ਲੇਖ ਫਰੀਦਾ ਕਾਲੇ ਲਿਖ ਨਾ ਲੇਖ ਜਿੰਨੀ ਕਮੀ ਨਾਹੀਂ ਗੁਣ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵੀ ਸਾਰ ਤੇ ਕਮੜੇ ਵੀ ਸਾਰ ਮਤ ਸ਼ਰਮਿੰਦਾ ਥੀ ਵਹੀ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਸਾਈਂ ਦੇ ਦਰਬਾਰ ਕਾਲੇ ਲਿਖ ਨਾ ਲੇਖ ਫਰੀਦਾ ਕਾਲੇ ਲਿਖ ਨਾ ਲੇਖ ਬੁਰੇ ਦਾ ਭਲਾ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾ
देहि रोग न लगही, देहि रोग न लगही। पल सब किछ पाए, पल सब किछ पाए। जो ते मारन मुकिया हृदा, जो ते मारन मुकिया। तिना न मारे तुम, तिना न मारे तुम। आपनड़े कर जाए, आपनड़े कर जाए। पैर तिना दे चुम, पैर तिना दे चुम। काले लिखना लेख फरीदा, काले लिखना लेख, काले लिखना लेख। जे तू अकल लतीफ, जे तू अकल लतीफ। काले लिखना लेख, काले लिखना लेख, काले लिखना लेख फरीदा, काले लिखना लेख। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। बहुत बहुत धन्यवाद जी। बहुत ही आनंद आ ਰਿਹਾ ਸੀ। ਹੁਣ ਅਸੀਂ ਵਧਦੇ ਹਾਂ ਆਪਣੇ ਅਗਲੇ ਸੈਕਸ਼ਨ ਵੱਲ, ਜੋ ਕਿ ਭੈਣ ਰਮਨਦੀਪ ਕੌਰ ਜੀ ਲੈ ਰਹੇ ਨੇ। ਭੈਣ ਰਮਨਦੀਪ ਕੌਰ ਜੀ, ਜੇ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਹੈਂਡ ਰੇਜ਼ ਕਰਨਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਮਨਪ੍ਰੀਤ ਕੌਰ, EPP ਨੰਬਰ 16181, ਜ਼ੋਨ ਰਾਮਪੁਰਾ ਅਤੇ YC ਸਰ ਗੁਰਪ੍ਰੀਤ ਸਿੰਘ ਜੀ ਖਾਲਸਾ। ਸਭ ਤੋਂ ਪਹਿਲਾਂ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ, ਮੈਮ ਜਸਪ੍ਰੀਤ ਕੌਰ ਅਤੇ ਆਪਣੇ YC ਗੁਰਪ੍ਰੀਤ ਸਿੰਘ ਜੀ ਖਾਲਸਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਮੇਰਾ ਅੱਜ ਦਾ ਵਿਸ਼ਾ ਹੈ ਨਸ਼ਾ ਕਰਨਾ, ਪਰ ਕਿਹੜਾ। ਅਸੀਂ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਨਸ਼ਾ ਤਾਂ ਦੁਨੀਆ ਵੀ ਬਥੇਰਾ ਕਰਦੀ ਹੈ, ਪਰ ਅਸੀਂ ਕਿਹੜਾ ਨਸ਼ਾ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਦੁਨਿਆਵੀ ਨਸ਼ੇ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਭ ਸਮਝਦਾਰ ਹੋ, ਤੁਹਾਨੂੰ ਪਤਾ ਹੀ ਹੈ ਕਿ ਨਸ਼ਾ ਕੀ ਚੀਜ਼ ਹੈ। ਕੋਈ ਵੀ ਵਸਤੂ, ਕੋਈ ਪਦਾਰਥ, ਉਹ ਚੀਜ਼ ਨਸ਼ਾ ਹੈ ਜਿਹਦੇ ਕਾਰਨ ਮਨੁੱਖ ਆਪਣੀ ਸੋਧ ਬੋਧ ਨੂੰ ਖੋ ਲੈਂਦਾ, ਮਨੁੱਖ ਆਪਣਾ ਆਪ ਭੁੱਲ ਜਾਂਦਾ। ਜਿਹੜਾ ਪੰਜਾਬ ਕਦੇ ਦੁੱਧ ਦਹੀਂ ਮੱਖਣਾ ਤੇ ਪਲਦਾ ਸੀ, ਅੱਜ ਉਹ ਪੰਜਾਬ ਪੂਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਚੁੱਕਿਆ। ਕੋਈ ਤਾਂ ਨਸ਼ੇ ਦੀ ਤੋੜ ਦੇ ਕਾਰਨ ਮਰ ਰਿਹਾ ਹੈ ਤੇ ਕੋਈ ਓਵਰਡੋਜ਼ ਦੇ ਨਾਲ। ਕੋਈ ਨਸ਼ਾ ਕਰਕੇ ਮੰਜੇ ਤੇ ਸੁੱਤਾ ਪਿਆ ਹੈ ਤੇ ਮਾਂ-ਬਾਪ ਹੱਡ-ਭੰਨ ਵੀ ਮਿਹਨਤ ਕਰ ਰਹੇ ਨੇ। ਕੋਈ ਨਸ਼ਾ ਕਰਕੇ ਡਿੱਗਿਆ ਪਿਆ ਹੈ, ਪਤਨੀ ਘਰੇ ਬੱਚਿਆਂ ਦਾ ਪੇਟ ਪਾਲਣ ਦੇ ਲਈ ਮਿਹਨਤ ਕਰ ਰਹੀ। ਅਜਿਹੀ ਔਲਾਦ ਨਾਲੋਂ ਤਾਂ ਔਤਰੇ ਹੀ ਚੰਗੇ ਨੇ। ਜਿਸ ਪੰਜਾਬ ਦੇ ਵਿੱਚ ਕਦੇ ਚਾਹ ਦਾ ਨਸ਼ਾ ਵੀ ਨਹੀਂ ਸੀ, ਇਹ ਵੀ ਅੰਗਰੇਜ਼ਾਂ ਨੇ ਚੌਂਕਾਂ ਤੇ ਮੁਫਤ ਪਿਆ ਕੇ ਲਾਇਆ ਸੀ, ਉਹ ਪੰਜਾਬ ਅੱਜ ਕੱਲ੍ਹ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕਿਆ ਹੈ। 1469 ਈਸਵੀ ਤੋਂ ਲੈ ਕੇ 1708 ਈਸਵੀ ਤੱਕ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਗੁਰੂ ਸਾਹਿਬ ਨੇ ਆਪਣੀ ਪਾਰਦ ਸ਼ੋਅ ਦੇ ਨਾਲ ਇਸ ਪੰਜਾਬ ਨੂੰ, ਇਸ ਮਨੁੱਖਤਾ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ। ਨਸ਼ੇ ਦੇ ਨਾਲ ਸਾਨੂੰ ਕੀ ਬਿਮਾਰੀਆਂ ਹੋ ਸਕਦੀਆਂ, ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਸਾਡੇ ਸਰੀਰ ਦਾ ਕੋਈ ਇੱਕ ਅੰਗ ਨਹੀਂ, ਸਗੋਂ ਸਾਰੇ ਹੀ ਅੰਗ ਪ੍ਰਭਾਵਿਤ ਹੁੰਦੇ ਨੇ। ਸਾਨੂੰ TB, ਕੈਂਸਰ ਵਰਗੀਆਂ ਅਨੇਕਾਂ ਹੀ ਬਿਮਾਰੀਆਂ ਹੋ ਜਾਂਦੀਆਂ ਨੇ। ਨਸ਼ਾ ਕਿੰਨਿਆਂ ਹੀ ਘਰਾਂ ਨੂੰ ਉਜਾੜਨ ਦੇ ਵਿੱਚ ਇੱਕ ਮਹਾਨ ਰੋਲ ਅਦਾ ਕਰਦਾ ਹੈ, ਕਿਉਂਕਿ ਨਸ਼ੇ ਦੇ ਕਾਰਨ ਕਿੰਨਿਆਂ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਕਿੰਨੇ ਹੀ ਘਰ ਉੱਜੜ ਜਾਂਦੇ ਨੇ। ਮੈਂ ਅੱਜ ਦੇ ਨੌਜਵਾਨਾਂ ਨੂੰ, ਭੈਣਾਂ ਭਰਾਵਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਇਸ ਨਸ਼ਿਆਂ ਦੀ ਹਨੇਰੀ ਦੇ ਅੱਗੇ ਡਟ ਕੇ ਖੜਨਾ ਪਵੇਗਾ। ਜੇਕਰ ਅਸੀਂ ਇਸ ਨਸ਼ਿਆਂ ਦੀ ਹਨੇਰੀ ਦੇ ਅੱਗੇ ਡਟ ਕੇ ਖੜੇ ਹੋ ਜਾਈਏ ਤਾਂ ਇਹ ਮੁਸ਼ਕਿਲਾਂ ਜਿਹੜੀਆਂ ਉਹ ਬੱਦਲਾਂ ਦੇ ਵਾਂਗ, ਬੱਦਲਾਂ ਦੇ ਧੂਏ ਦੇ ਵਾਂਗ ਉੱਡ ਜਾਣਗੀਆਂ। ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ
ਕਹਿੰਦਾ ਕਿਧਰੇ ਵਿਕਦੀ ਡੋਡੇ ਪੁੱਕੀ, ਵਿਕਦੀ ਕਿਤੇ ਸ਼ਰਾਬ, ਪੀ ਸਮੈਕਾਂ ਗੱਭਰੂ ਲੇਟੇ, ਕੰਮ ਕਾਰ ਤੋਂ ਜਵਾਬ, ਟੀਕੇ ਲਾ ਕੇ ਪੈਣ ਕਬੱਡੀਆਂ, ਹੋ ਗਈ ਸਿਹਤ ਖਰਾਬ, ਹੰਬਲਾ ਮਾਰ ਜਵਾਨਾ ਓਏ, ਤੇਰਾ ਡੁੱਬ ਚੱਲਿਆ ਪੰਜਾਬ, ਤੇਰਾ ਡੁੱਬ ਚੱਲਿਆ ਪੰਜਾਬ। ਸਾਡਾ ਵਿਸ਼ਾ ਨਸ਼ਾ ਕਰਨਾ, ਪਰ ਕਿਹੜਾ? ਸਭ ਤੋਂ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਨਸ਼ਾ ਕੋਈ ਬਿਮਾਰੀ ਨਹੀਂ, ਸਗੋਂ ਇਹ ਬਿਮਾਰੀ ਦੇ ਲੱਛਣ ਨੇ। ਨਸ਼ੇ ਦੇ ਕਾਰਨਾਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਨਸ਼ਾ ਕੋਈ ਬਿਮਾਰੀ ਨਹੀਂ, ਇਹ ਤਾਂ ਇੱਕ ਬਿਮਾਰੀ ਦੇ ਲੱਛਣ ਨੇ। ਅਸੀਂ ਇੱਕ ਉਦਾਹਰਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕੋਈ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ ਤੇ ਉਹ ਡਾਕਟਰ ਦੇ ਕੋਲ ਜਾ ਕੇ ਕਹਿੰਦਾ ਹੈ ਵੀ ਮੈਨੂੰ ਬੁਖਾਰ ਹੈ, ਤੇ ਕੋਈ ਸਿਆਣਾ ਡਾਕਟਰ ਹੈ ਜਿਹੜਾ ਉਸਦੇ ਕੁਝ ਹੋਰ ਉਸਨੂੰ ਸਵਾਲ ਪੁੱਛੇਗਾ, ਉਸਨੂੰ ਕੁਝ ਹੋਰ ਟੈਸਟ ਕਰਾਉਣ ਦੇ ਲਈ ਦੱਸੇਗਾ। ਉਹ ਬਿਮਾਰੀ ਦੀ ਜੜ ਲੱਭੇਗਾ ਵੀ ਇਸ ਨੂੰ ਬੁਖਾਰ ਕਿਸ ਚੀਜ਼ ਤੋਂ ਹੈ, ਕੋਈ ਮਲੇਰੀਆ ਜਾਂ ਕੋਈ ਇਹਨੂੰ ਬਿਮਾਰੀ ਹੈ ਜਿਸ ਕਾਰਨ ਇਸ ਨੂੰ ਬੁਖਾਰ ਚੜਿਆ ਹੈ। ਉਸੇ ਤਰ੍ਹਾਂ ਨਸ਼ਾ ਸਿਰਫ ਇੱਕ ਬਿਮਾਰੀ ਦੇ ਲੱਛਣ ਨੇ। ਜਿਹੜਾ ਨਸ਼ਾ ਕਰਦਾ ਹੈ ਉਹਦੇ ਵਿੱਚ ਨਸ਼ੇ ਦੇ ਇੱਕ ਬਿਮਾਰੀ ਦੇ ਲੱਛਣ ਨੇ, ਭਾਵ ਨਸ਼ਾ ਕੋਈ ਬਿਮਾਰੀ ਨਹੀਂ, ਬਿਮਾਰੀ ਦੀ ਜੜ ਤਾਂ ਕਿਤੇ ਹੋਰ ਹੈ। ਇਸੇ ਤਰ੍ਹਾਂ ਜਿਹੜਾ ਨਸ਼ਾ ਹੈ ਉਸਨੂੰ ਬਿਮਾਰੀ ਸਮਝਣ ਦੀ ਥਾਂ ਅਸੀਂ ਬਿਮਾਰੀ ਦੇ ਲੱਛਣ ਲੱਭ ਲਈਏ ਤਾਂ ਸਾਨੂੰ ਬਿਮਾਰੀ ਵੀ ਮਿਲ ਜਾਵੇ। ਜਿਹੜਾ ਨਸ਼ਾ ਹੈ ਉਹ ਅੱਜ ਕੱਲ੍ਹ ਦੀ ਚੁਣੌਤੀ ਉਹ ਕਿਉਂ ਹੈ? ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਨਸ਼ੇ ਵਰਗੀਆਂ ਦਵਾਈਆਂ ਸੀ ਉਹ ਕਿਸੇ ਦਵਾਈ ਦੇ ਰੂਪ ਵਿੱਚ ਵਰਤੀਆਂ ਜਾਂਦੀਆਂ ਸੀ। ਪੁਰਾਣੇ ਸਮਿਆਂ ਵਿੱਚ ਜਿਹੜੇ ਬਜ਼ੁਰਗ, ਜਿਹੜੀਆਂ ਔਰਤਾਂ ਸੀ, ਉਹ ਨਸ਼ੇ ਰੂਪੀ ਜਿਹੜੀ ਦਵਾਈ ਸੀ ਉਹਨੂੰ ਦਵਾਈ ਦੇ ਰੂਪ ਵਿੱਚ ਵਰਤਦੀਆਂ ਸੀ। ਪਰ ਜਿਹੜਾ ਅੱਜ ਦਾ ਨਸ਼ਾ ਹੈ, ਜਿਵੇਂ ਸਮੈਕ, ਅਫੀਮ, ਭੰਗ ਆਦਿ ਨਸ਼ੇ, ਇਹਨਾਂ ਨੂੰ ਸਿਰਫ ਇੱਕ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ, ਜਿਸ ਕਾਰਨ ਅਨੇਕਾਂ ਹੀ ਬਿਮਾਰੀਆਂ ਸਾਨੂੰ ਲੱਗ ਜਾਂਦੀਆਂ। ਹੁਣ ਅਸੀਂ ਇੱਕ ਕਹਾਣੀ ਸਾਂਝੀ ਕਰਾਂਗੇ। ਇੱਕ ਸਾਧੂ ਨਾਮੀ ਵਿਅਕਤੀ ਜਿਹੜਾ ਕਿ ਰਾਮਪੁਰ ਖੇੜਾ ਨਾਮੀ ਪਿੰਡ ਵਿੱਚ ਰਹਿੰਦਾ ਸੀ, ਜਿਸ ਦੀ ਭੈਣ ਦਾ ਨਾਮ ਬੀਬੀ ਜੋਗਿੰਦਰ ਕੌਰ ਅਤੇ ਭਰਾ ਦਾ ਨਾਮ ਭਾਈ ਸ਼ੰਕਰ ਸਿੰਘ ਸੀ। ਭਾਈ ਸਾਧੂ ਸਿੰਘ ਬੜੇ ਸਿੱਧੇ ਸਾਦੇ ਸੁਭਾਅ ਦਾ ਮਾਲਕ ਸੀ। ਨਾ ਤਾਂ ਉਹ ਬੋਲ ਸਕਦਾ ਸੀ ਤੇ ਨਾ ਉਹ ਸੁਣ ਸਕਦਾ ਸੀ, ਤੇ ਉਸਦੀਆਂ ਲੱਤਾਂ ਵੀ ਵਿੰਗੀਆਂ ਸੀ, ਉਹ ਚੱਲ ਵੀ ਨਹੀਂ ਸਕਦਾ ਸੀ। ਬੀਬੀ ਜੋਗਿੰਦਰ ਕੌਰ ਦਿੱਲੀ ਰਹਿੰਦੀ ਸੀ ਅਤੇ ਭਾਈ ਸਾਧੂ ਸਿੰਘ ਦਾ ਭਰਾ ਸ਼ੰਕਰ ਉਹ ਲੁਧਿਆਣੇ ਰਹਿੰਦਾ ਸੀ। ਬੀਬੀ ਜੋਗਿੰਦਰ ਕੌਰ ਭਾਈ ਸਾਧੂ ਸਿੰਘ ਦੀ ਸਹਾਇਤਾ ਕਰਨ ਲਈ, ਉਸਦੀ ਦੇਖਭਾਲ ਕਰਨ ਲਈ ਵਾਰ-ਵਾਰ ਨਹੀਂ ਸੀ ਆ ਸਕਦੀ। ਇਸੇ ਕਰਕੇ ਉਹ ਭਾਈ ਸੇਵਾ ਸਿੰਘ ਦੇ ਕੋਲ ਗਈ ਤੇ ਭਾਈ ਸਾਧੂ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਣ ਦੀ ਅਪੀਲ ਕੀਤੀ। ਭਾਈ ਸੇਵਾ ਸਿੰਘ ਜੀ ਨੇ ਆਖਿਆ ਕਿ ਤੁਹਾਡੇ ਭਰਾ ਦੀ ਉਮਰ ਕਿੰਨੀ ਹੈ ਤੇ ਉਹਦਾ ਨਾਮ ਕੀ ਹੈ? ਕਹਿੰਦੀ ਉਮਰ ਤਾਂ ਕੁਝ 40 ਕੁ ਸਾਲ ਹੈ ਤੇ ਨਾਮ ਭਾਈ ਸਾਧੂ ਸਿੰਘ ਹੈ। ਭਾਈ ਸੇਵਾ ਸਿੰਘ ਕਹਿੰਦੇ ਨਾਮ ਤਾਂ ਬੜਾ ਪਿਆਰਾ ਹੈ। ਕਹਿੰਦੇ ਚਲੋ ਤੁਸੀਂ ਇੱਥੇ ਛੱਡ ਜਾਵੋ। ਬੀਬੀ ਜੋਗਿੰਦਰ ਕੌਰ ਨੂੰ ਵੀ ਇੱਕ ਤਸੱਲੀ ਜੀ ਮਿਲ ਗਈ ਵੀ ਚੱਲ ਰਾਜਮੀ ਰੋਟੀ ਤਾਂ ਖਾ ਲਿਆ ਕਰੇਗਾ, ਇੱਥੇ ਦੇਖਭਾਲ ਵੀ ਹੋ ਜਾਇਆ ਕਰੇਗੀ। ਉਹ ਕਹਿੰਦੀ ਮੈਂ 2-3 ਵਾਰ ਕਹਿੰਦੀ ਵਿੱਚ ਦੀ ਗੇੜਾ ਵੀ ਮਾਰ ਜਾਇਆ ਕਰਾਂਗੀ। ਹੁਣ ਭਾਈ ਸਾਧੂ ਸਿੰਘ ਨੂੰ ਭਾਈ ਸੇਵਾ ਸਿੰਘ ਦੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਛੱਡ ਦਿੱਤਾ। ਨਾ ਤਾਂ ਭਾਈ ਸਾਧੂ ਸਿੰਘ ਬੋਲ ਸਕਦਾ ਸੀ, ਨਾ ਸੁਣ ਸਕਦਾ ਸੀ, ਨਾ ਤੁਰ ਸਕਦਾ ਸੀ, ਉਹ ਕੁਝ ਵੀ ਨਹੀਂ ਸੀ ਕਰ ਸਕਦਾ। ਜਦੋਂ ਸਵੇਰੇ ਨਿਤਨੇਮ ਹੁੰਦਾ, ਭਾਈ ਸੇਵਾ ਸਿੰਘ ਨੇ ਇੱਕ ਸਿੰਘ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਉਸਦੇ ਕੋਲ ਜਾ ਕੇ ਸਾਰਾ ਨਿਤਨੇਮ ਕਰਨਾ ਤਾਂ ਜੋ ਉਸਨੂੰ ਵੀ ਸੁਣ ਸਕੇ। ਪਰ ਉਹਨੂੰ ਜਿੰਨਾ ਕੁ ਸੁਣਦਾ ਸੀ ਉਹ ਸੁਣ ਲੈਂਦਾ ਸੀ। ਹੌਲੀ ਹੌਲੀ ਭਾਈ ਸੇਵਾ ਸਿੰਘ ਜੀ ਨੇ ਉਸਨੂੰ ਇੱਕ ਮਾਲਾ ਦੇ ਦਿੱਤੀ। ਕਹਿੰਦੇ ਇਹ ਮਾਲਾ ਲੈ ਲਾ ਤੇ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ। ਕਿਉਂਕਿ ਭਾਈ ਸਾਧੂ ਸਿੰਘ ਬੋਲ ਤਾਂ ਸਕਦਾ ਨਹੀਂ ਸੀ, ਪਰ ਉਹ ਹੌਲੀ ਹੌਲੀ ਵਾਧੂ ਬੋਲਣ ਲੱਗ ਪਿਆ ਤੇ ਹੌਲੀ ਹੌਲੀ ਉਸਨੇ ਵਾਹਿਗੁਰੂ ਬੋਲਣਾ ਵੀ ਸ਼ੁਰੂ ਕਰ ਦਿੱਤਾ। ਹੁਣ ਉਸਨੇ ਸਿਮਰਨ ਵੀ ਕਰਨਾ ਸ਼ੁਰੂ ਕਰ ਦਿੱਤਾ, ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਸੁਖਮਨੀ ਸਾਹਿਬ ਦਾ ਪਾਠ ਅਤੇ ਸਾਰੇ ਪਾਠ ਕਰਨ ਲੱਗ ਗਿਆ। ਉਸ ਤੋਂ ਬਾਅਦ ਹੌਲੀ ਹੌਲੀ ਬੋਲਣਾ ਵੀ ਸਿੱਖ ਗਿਆ। ਜਦੋਂ ਉਸਨੂੰ ਬਹੁਤ ਉੱਚਾ ਸੁਣਦਾ ਸੀ, ਉਸਨੂੰ ਥੋੜਾ ਸੁਣਨ ਵੀ ਲੱਗ ਗਿਆ ਤੇ ਹੌਲੀ ਹੌਲੀ ਉਸ ਵਾਹਿਗੁਰੂ ਦੀ ਮਿਹਰ ਹੋਈ, ਉਸਨੂੰ ਤੁਰਨਾ ਵੀ ਆ ਗਿਆ।
ਉਸ ਤੋਂ ਬਾਅਦ ਉਹ ਖੁਰਪੀ ਚੱਕਦਾ ਰੰਬੀ ਨਾਲ ਬਾਹਰ ਖੇਤਾਂ ਦੇ ਵਿੱਚ ਚਲਿਆ ਜਾਂਦਾ ਤੇ ਉੱਥੇ ਸਾਰਾ ਦਿਨ ਘਾਹ ਪੱਟੀ ਜਾਂਦਾ। ਭਾਈ ਸੇਵਾ ਸਿੰਘ ਬੜੇ ਖੁਸ਼ ਹੁੰਦੇ ਉਸਨੂੰ ਦੇਖ ਕੇ, ਕਿਉਂਕਿ ਵਾਹਿਗੁਰੂ ਦੀ ਮਿਹਰ ਦੇ ਨਾਲ ਉਸਨੇ ਬੋਲਣਾ ਵੀ ਸਿੱਖ ਲਿਆ, ਸੁਣਨਾ ਵੀ ਸਿੱਖ ਲਿਆ ਤੇ ਤੁਰਨਾ ਵੀ ਸਿੱਖ ਲਿਆ। ਹੁਣ ਉਸ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਕਿ ਉਸ ਦੇ ਅੰਦਰ ਅਣਹਦ ਸ਼ਬਦ ਦੇ ਵਾਜੇ ਵੀ ਵੱਜਣ ਲੱਗ ਪਏ। ਉਹ ਸਾਰਾ ਦਿਨ ਖੇਤਾਂ ਦੇ ਵਿੱਚ ਘਾਹ ਪੁੱਟਦਾ ਰਹਿੰਦਾ ਤੇ ਸਾਰਾ ਦਿਨ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਰਹਿੰਦਾ। ਸਾਰਾ ਦਿਨ ਹੀ ਉਹ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ ਤੇ ਰਾਤ ਨੂੰ ਸੌਣ ਲੱਗਿਆਂ ਵੀ ਜਦੋਂ ਸੌ ਜਾਂਦਾ ਤਾਂ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੀ ਕਰੀ ਜਾਂਦਾ। ਉਹ ਇੱਕ ਅਜਿਹੀ ਸਥਿਤੀ ਦੇ ਵਿੱਚ ਆ ਚੁੱਕਾ ਸੀ ਕਿ ਉਸ ਦੇ ਅੰਦਰ ਅਣਹਦ ਸ਼ਬਦ ਦੇ ਵਾਜੇ ਵੱਜਣ ਲੱਗ ਗਏ। ਉਹ ਹਰੇਕ ਨੂੰ ਕਹਿੰਦਾ ਕਿ ਤੁਹਾਨੂੰ ਵਾਜੇ ਸੁਣਦੇ ਨੇ? ਦੂਜੇ ਕਹਿੰਦੇ ਨਹੀਂ, ਸਾਨੂੰ ਤਾਂ ਵਾਜੇ ਸੁਣਦੇ ਨੇ, ਪਰ ਉਸ ਦੇ ਅੰਦਰ ਅਣਹਦ ਸ਼ਬਦ ਦੇ ਵਾਜੇ ਵੱਜਦੇ ਸੀ। ਉਹ ਰਾਤ ਨੂੰ ਉੱਠ ਕੇ ਕੋਠੇ ਤੇ ਵੀ ਜਾਂਦਾ, ਬਾਹਰ ਵੀ ਦੇਖਦਾ ਵੀ ਵਾਜੇ ਕਿੱਥੇ ਵੱਜ ਰਹੇ ਨੇ, ਪਰ ਕੁਝ ਪਤਾ ਨਾ ਲੱਗਦਾ। ਦੂਜਿਆਂ ਨੂੰ ਵੀ ਪੁੱਛਦਾ, ਦੂਜੇ ਵੀ ਕਹਿੰਦੇ ਸਾਡੇ ਤਾਂ ਨਹੀਂ ਵੱਜਦੇ। ਭਾਈ ਸੇਵਾ ਸਿੰਘ ਬੜੇ ਖੁਸ਼ ਹੋਏ। ਹੁਣ ਉਸ ਦੀ ਸਥਿਤੀ ਨੂੰ ਠੀਕ ਦੇਖ ਕੇ ਉਸ ਦਾ ਭਰਾ ਸ਼ੰਕਰ ਉਹ ਵੀ ਉਹਨੂੰ ਮਿਲਣ ਦੇ ਲਈ ਆ ਜਾਂਦਾ ਤੇ ਕਈ ਵਾਰ ਲੁਧਿਆਣੇ ਵੀ ਲੈ ਜਾਂਦਾ। ਇੱਕ ਵਾਰ ਭਾਈ ਸਾਧੂ ਸਿੰਘ ਨੂੰ ਉਸ ਦਾ ਭਰਾ ਸ਼ੰਕਰ ਲੁਧਿਆਣੇ ਲੈ ਗਿਆ ਤੇ ਉੱਥੇ ਲਿਜਾ ਕੇ ਉਹਨਾਂ ਨੇ ਉਸ ਦੇ ਮਨ ਪਰਜਾਵੇ ਦੇ ਲਈ ਟੈਲੀਵਿਜ਼ਨ ਲਾ ਦੇਣਾ। ਉਹ ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਂਦਾ ਤੇ ਸਾਰਾ ਦਿਨ ਉਸ ਟੈਲੀਵਿਜ਼ਨ ਦੇ ਮੂਹਰੇ ਬੈਠਾ ਰਹਿੰਦਾ। 7-8 ਦਿਨਾਂ ਬਾਅਦ ਜਦੋਂ ਵਾਪਸ ਗੁਰਦੁਆਰਾ ਸਾਹਿਬ ਆਉਂਦਾ ਤਾਂ ਸਾਰਾ ਦਿਨ ਹੀ ਉਸ ਟੈਲੀਵਿਜ਼ਨ ਦੀਆਂ ਗੱਲਾਂ ਕਰੀ ਜਾਣਾ ਕਿ ਉਸ ਟੈਲੀਵਿਜ਼ਨ ਦੇ ਵਿੱਚ ਬੜੀਆਂ ਸੋਹਣੀਆਂ ਮੂਰਤਾਂ ਆਉਂਦੀਆਂ ਨੇ, ਬੜਾ ਸੋਹਣਾ ਸੁਣਦਾ ਹੈ, ਉੱਥੇ ਤਾਂ ਔਰਤਾਂ ਨੱਚਦੀਆਂ ਨੇ, ਉੱਥੇ ਤਾਂ ਖੂਹਾਂ ਤੋਂ ਪਾਣੀ ਭਰਿਆ ਜਾਂਦਾ। ਅਜਿਹੀਆਂ ਗੱਲਾਂ ਜਿਹੜਾ ਵੀ ਉਹ ਕੁਝ ਟੈਲੀਵਿਜ਼ਨ ਦੇ ਵਿੱਚ ਵੇਖ ਕੇ ਆਉਂਦਾ ਸੀ ਉਹ ਸਾਰਾ ਦਿਨ ਉਹਨਾਂ ਨੂੰ ਸੁਣਾਈ ਜਾਂਦਾ। ਭਾਈ ਸਾਧੂ ਸਿੰਘ ਦੇ ਮਨ ਤੇ ਟੈਲੀਵਿਜ਼ਨ ਦਾ ਇੰਨਾ ਪ੍ਰਭਾਵ ਪਿਆ ਕਿ ਉਸਨੇ ਗੁਰਦੁਆਰੇ ਆ ਕੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਹੀ ਟਰਾਲੀ ਮੰਗਵਾ ਲਵੋ। ਉਹ ਟਰਾਲੀ ਨੂੰ ਟੈਲੀਵਿਜ਼ਨ ਕਹਿੰਦਾ ਸੀ ਕਿਉਂਕਿ ਚੰਗੀ ਤਰ੍ਹਾਂ ਬੋਲ ਨਹੀਂ ਸੀ ਸਕਦਾ, ਟੈਲੀਵਿਜ਼ਨ ਟਰਾਲੀ ਕਹਿ ਦਿੰਦਾ ਸੀ। ਕਹਿੰਦਾ ਇੱਥੇ ਟਰਾਲੀ ਮੰਗਵਾ ਲਵੋ, ਲੰਗਰ ਦੇ ਵਿੱਚ ਰੱਖ ਲਵੋ, ਜਾਂ ਜਿਹੜੇ ਗੁਰਦੁਆਰੇ ਤੋਂ ਪਾਸੇ ਕਮਰੇ ਨੇ ਸੌਣ ਵਾਲੇ ਉੱਥੇ ਰਖਵਾ ਲਵੋ, ਆਪਾਂ ਦੇਖਿਆ ਕਰਾਂਗੇ। ਤੇ ਸਾਰੇ ਹੀ ਸਿੰਘਾਂ ਨੂੰ ਉਹ ਟੈਲੀਵਿਜ਼ਨ ਬਾਰੇ ਸਾਰਾ ਦਿਨ ਦੱਸਦਾ ਰਹਿੰਦਾ। ਭਾਈ ਸੇਵਾ ਸਿੰਘ ਨੇ ਉਸਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਟੈਲੀਵਿਜ਼ਨ ਨਹੀਂ ਦੇਖਣਾ ਚਾਹੀਦਾ, ਇਹ ਮਾੜਾ ਹੁੰਦਾ। ਪਰ ਭਾਈ ਸਾਧੂ ਸਿੰਘ ਉਹਨੂੰ ਪੁੱਛਦਾ, ਕਹਿੰਦਾ ਇਹ ਕਿਉਂ ਮਾੜਾ ਹੁੰਦਾ? ਭਾਈ ਸੇਵਾ ਸਿੰਘ ਕਹਿੰਦੇ ਗੁਰੂ ਸਾਹਿਬ ਨੇ ਆਖਿਆ ਕਿ ਗੁਰੂ ਦੇ ਸਿੰਘ ਟੀਵੀ ਨਹੀਂ ਦੇਖਦੇ, ਤੇ ਉਹ ਅੱਛਾ ਕਹਿ ਦਿੰਦਾ। ਬਟ ਫਿਰ ਜਦੋਂ ਉਹਨੂੰ ਉਹਦਾ ਭਰਾ ਲੈ ਜਾਂਦਾ ਤਾਂ ਉੱਥੇ ਉਹ ਟੀਵੀ ਦੇਖੀ ਜਾਂਦਾ। ਅੱਜ ਕੱਲ ਟੀਵੀ ਅਜਾ ਉਹ ਇੱਕ ਮਿੱਠਾ ਜ਼ਹਿਰ ਹੈ। ਜ਼ਹਿਰ ਭਾਵੇਂ ਕੌੜਾ ਨਹੀਂ ਪਰ ਫਿਰ ਵੀ ਬੜਾ ਖਤਰਨਾਕ ਹੈ, ਕਿਉਂਕਿ ਟੀਵੀ ਵੀ ਇੱਕ ਪ੍ਰਕਾਰ ਦਾ ਨਸ਼ਾ ਹੈ। ਸਾਰਾ ਦਿਨ ਇਸ ਦੇ ਮੂਹਰੇ ਬੈਠੇ ਰਹਿਣਾ, ਚਿੱਤਰ ਦੇਖੀ ਜਾਣਾ, ਗੰਦੇ ਨਾਟਕ, ਗੰਦੇ ਫਿਲਮਾਂ ਦੇਖੀ ਜਾਣਾ ਸਾਡੇ ਜੀਵਨ ਤੇ ਸਾਡੇ ਆਚਰਣ ਤੇ ਬੜਾ ਪ੍ਰਭਾਵ ਪਾਉਂਦੇ ਨੇ। ਹੁਣ ਟੀਵੀ ਤੋਂ ਬਦਲ ਕੇ ਹੌਲੀ ਹੌਲੀ ਸਾਡੀਆਂ ਜੇਬਾਂ ਦੇ ਵਿੱਚ ਮੋਬਾਈਲ ਫੋਨ ਆ ਗਏ। ਮੋਬਾਈਲ ਫੋਨ ਤੇ ਵੀ ਅਸੀਂ ਸਾਰਾ ਦਿਨ ਲੱਗੇ ਰਹਿੰਦੇ ਹਾਂ, ਪਤਾ ਨਹੀਂ ਕੀ ਕੁਝ ਦੇਖਦੇ ਹਾਂ। ਇਹ ਵੀ ਇੱਕ ਬੜਾ ਭੈੜਾ ਨਸ਼ਾ ਹੈ। ਇਹ ਵੀ ਇੱਕ ਨਸ਼ੇ ਦੇ ਵਾਂਗ ਸਾਨੂੰ ਅੰਦਰੋਂ ਅੰਦਰੀ ਖਾ ਜਾਏਗਾ। ਜਿਵੇਂ ਇੱਕ ਨਸ਼ਾ ਹੈ ਸਾਨੂੰ ਅੰਦਰੂਨੀ ਬਿਮਾਰੀਆਂ ਲਾਉਂਦਾ ਹੈ, ਇਸੇ ਤਰ੍ਹਾਂ ਜਿਹੜਾ ਮੋਬਾਈਲ ਫੋਨ ਹੈ, ਟੀਵੀ ਹੈ, ਇਹ ਸਾਨੂੰ ਮਾਨਸਿਕ ਬਿਮਾਰੀਆਂ ਲਾ ਦਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਅਜਿਹੇ ਨਸ਼ਿਆਂ ਤੋਂ ਬਚਾ ਕੇ ਰੱਖਣ। ਹੁਣ ਭਾਈ ਸਾਧੂ ਸਿੰਘ ਦੇ ਮਨ ਤੇ ਜਿਹੜਾ ਟੈਲੀਵਿਜ਼ਨ ਦਾ ਬੜਾ ਪ੍ਰਭਾਵ ਪੈ ਗਿਆ। ਉਹ ਜਾਂਦਾ ਲੁਧਿਆਣੇ, ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਂਦਾ। ਉਹ ਟੈਲੀਵਿਜ਼ਨ ਦੇ ਮੂਹਰੋਂ ਉੱਠਦਾ ਹੀ ਨਹੀਂ ਸੀ। ਇੱਕ ਦਿਨ ਉਸਦਾ ਭਰਾ ਸ਼ੰਕਰ ਉਸਨੂੰ ਲੈਣ ਆਇਆ ਤੇ ਸਿੰਘਾਂ ਨੂੰ ਕਹਿਣ ਲੱਗਾ, ਕਹਿੰਦਾ ਹੁਣ ਤੁਸੀਂ ਇਸ ਨੂੰ ਲੈਣ ਨਾ ਆਇਓ, ਕਹਿੰਦਾ ਮੈਂ ਵਿਆਹ ਜਾਣਾ ਤੇ ਤੈਨੂੰ ਨਾਲ ਹੀ ਲੈ ਜਾਵਾਂਗਾ। ਸਿੰਘਾਂ ਨੇ ਕਹਿ ਦਿੱਤਾ, ਕਹਿੰਦੇ ਠੀਕ ਹੈ। ਹੁਣ ਕਾਫੀ ਚਿਰ ਭਾਈ ਸਾਧੂ ਸਿੰਘ ਨੂੰ ਹੋ ਚੁੱਕਾ ਸੀ, ਉਹ ਆਪਣੇ ਭਰਾ ਸ਼ੰਕਰ ਦੇ ਕੋਲ ਸੀ। ਤੇ ਇੱਕ ਦਿਨ ਸਿੰਘ ਉਸਨੂੰ ਲੈਣ ਗਏ ਤੇ ਜਦੋਂ ਉਸਦੇ ਘਰੇ ਗਏ ਉਸਦੇ ਭਰਾ ਸ਼ੰਕਰ ਦੇ, ਤਾਂ ਭਾਈ ਸਾਧੂ ਸਿੰਘ ਟੈਲੀਵਿਜ਼ਨ ਦੇ ਮੂਹਰੇ ਹੀ ਬੈਠਾ ਸੀ। ਉਹਨਾਂ ਨੇ ਇੱਕ ਬੀਬੀ ਨੂੰ ਪੁੱਛਿਆ, ਕਹਿੰਦੇ ਸਾਰਾ ਦਿਨ ਇਸੇ ਤਰ੍ਹਾਂ ਟੈਲੀਵਿਜ਼ਨ ਦੇ ਮੂਹਰੇ ਬੈਠਾ ਰਹਿੰਦਾ? ਬੀਬੀ ਜੀ ਨੂੰ ਪੁੱਛਿਆ ਸੀ
ਉਹ ਕਹਿੰਦੀ ਹਾਂਜੀ, ਇਸ ਨੂੰ ਸਵੇਰੇ ਅਸੀਂ ਟੈਲੀਵਿਜ਼ਨ ਲਾ ਕੇ ਦੇ ਦਿੰਨੇ ਆ। ਕਹਿੰਦੀ ਇਹ ਸਾਰਾ ਦਿਨ ਇਸੇ ਤਰ੍ਹਾਂ ਟੈਲੀਵਿਜ਼ਨ ਦੇਖੀ ਜਾਂਦਾ ਹੈ। ਉਹ ਸਿੰਘ ਜਦੋਂ ਉਸਨੂੰ ਭਾਈ ਸਾਧੂ ਸਿੰਘ ਨੂੰ ਕਹਿੰਦੇ ਵੀ ਚਲੋ ਆਪਾਂ ਗੁਰਦੁਆਰਾ ਸਾਹਿਬ ਚੱਲੀਏ। ਜਿਹੜਾ ਭਾਈ ਸਾਧੂ ਸਿੰਘ ਕਹਿੰਦਾ ਉੱਥੇ ਤਾਂ ਟਰਾਲੀ ਨਹੀਂ ਹੈ। ਕਹਿੰਦਾ ਮੈਂ ਤਾਂ ਉਹਨੂੰ ਦੇਖੇ ਬਿਨਾਂ ਰਹਿ ਹੀ ਨਹੀਂ ਸਕਦਾ। ਕਹਿੰਦਾ ਉੱਥੇ ਵੀ ਟਰਾਲੀ ਲੈ ਚੱਲੋ। ਕਹਿੰਦਾ ਮੈਂ ਨਾਲ ਚੱਲ ਵੜਾਂਗਾ ਤੇ ਉੱਥੇ ਵੀ ਦੇਖਿਆ ਕਰਾਂਗੇ। ਸਿੰਘਾਂ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਟੈਲੀਵਿਜ਼ਨ ਨਹੀਂ ਆ ਸਕਦਾ, ਤੂੰ ਇਸ ਦਾ ਖਹਿੜਾ ਛੱਡ ਦੇ ਤੇ ਫਿਰ ਗੁਰਦੁਆਰਾ ਸਾਹਿਬ ਚੱਲ, ਸੇਵਾ ਸਿਮਰਨ ਕਰ। ਪਰ ਭਾਈ ਸਾਧੂ ਸਿੰਘ ਦੇ ਮਨ ਤੇ ਇੰਨਾ ਡੂੰਘਾ ਪ੍ਰਭਾਵ ਟੈਲੀਵਿਜ਼ਨ ਦਾ ਪੈ ਚੁੱਕਿਆ ਸੀ ਕਿ ਸੇਵਾ ਸਿਮਰਨ ਦੀ ਦਾਤ ਉਹ ਭੁੱਲ ਚੁੱਕਾ ਸੀ। ਹੁਣ ਉਸਦੀ ਭੈਣ ਬੀਬੀ ਜੋਗਿੰਦਰ ਕੌਰ ਦਿੱਲੀ ਦੇ ਵਿੱਚ ਅਕਾਲ ਚਲਾਣਾ ਕਰ ਗਈ। ਭਾਈ ਸਾਧੂ ਸਿੰਘ ਨੂੰ ਉਸਦਾ ਭਰਾ ਸ਼ੰਕਰ ਦਿੱਲੀ ਵਿਖੇ ਲੈ ਕੇ ਗਿਆ ਤੇ ਦਿੱਲੀ ਤੋਂ ਵਾਪਸ ਲੁਧਿਆਣੇ ਲੈ ਆਇਆ। ਜਦੋਂ ਭਾਈ ਸਾਧੂ ਸਿੰਘ ਲੁਧਿਆਣੇ ਆਇਆ, ਉਸੇ ਤਰ੍ਹਾਂ ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਣਾ। ਹੁਣ ਜਿਹੜਾ ਭਾਈ ਸਾਧੂ ਸਿੰਘ ਸੀ, ਭਾਈ ਸੇਵਾ ਸਿੰਘ ਭਾਈ ਸਾਧੂ ਸਿੰਘ ਨੂੰ ਕਹਿੰਦੇ ਤੂੰ ਟੈਲੀਵਿਜ਼ਨ ਵੇਖਣਾ ਬੰਦ ਕਰ ਦੇ। ਪਰ ਭਾਗਾਂ ਵਾਲਿਓ, ਉਸਦੇ ਮਨ ਤੇ ਇੰਨਾ ਡੂੰਘਾ ਪ੍ਰਭਾਵ ਉਸ ਟੈਲੀਵਿਜ਼ਨ ਨੇ ਪਾ ਦਿੱਤਾ ਸੀ ਕਿ ਉਹ ਸਭ ਕੁਝ ਭੁਲਾ ਬੈਠਾ ਸੀ। ਇੱਕ ਟੈਲੀਵਿਜ਼ਨ ਨਾਲ ਉਸਦੇ ਮਨ ਦੇ ਵਿੱਚ ਇੰਨਾ ਖਿੰਡਾ ਆ ਗਿਆ ਸੀ। ਸਿੰਘਾਂ ਨੇ ਉਸਨੂੰ ਪੁੱਛਿਆ, ਕਹਿੰਦੇ ਹੁਣ ਤੇਰੇ ਅੰਦਰ ਅਣਹਦ ਦੇ ਵਾਜੇ ਵੱਜਦੇ ਨੇ? ਉਹਦਾ ਭਾਈ ਸਾਧੂ ਸਿੰਘ ਦਾ ਜਵਾਬ ਸੀ, ਕਹਿੰਦਾ ਨਹੀਂ। ਉਹਨੂੰ ਪੁੱਛਿਆ, ਕਹਿੰਦੇ ਰਾਤ ਨੂੰ ਤੇਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਆਉਂਦਾ? ਕਹਿੰਦੇ ਨਹੀਂ। ਇੱਕ ਟੈਲੀਵਿਜ਼ਨ ਉਸਨੇ 1 ਮਹੀਨਾ 1.5 ਮਹੀਨਾ ਹੀ ਉਸ ਟੈਲੀਵਿਜ਼ਨ ਦੀ ਸੰਗਤ ਕੀਤੀ ਸੀ, ਪਰ ਉਸ ਸੰਗਤ ਨੇ, ਉਸ ਟੈਲੀਵਿਜ਼ਨ ਦੇ ਪ੍ਰਭਾਵ ਨੇ ਉਸਨੂੰ ਇੰਨੇ ਸਾਲਾਂ ਦਾ ਸੰਗਤ ਸੇਵਾ ਸਿਮਰਨ ਦਾ ਫਲ, ਦਿਨ ਰਾਤ ਸਿਮਰਨ ਦੀ ਸੇਵਾ, ਅਣਹਦ ਸ਼ਬਦ ਦੇ ਵਾਜੇ ਸੁਣਾਈ ਦੇਣਾ, ਇੱਥੋਂ ਦੀ ਅਵਸਥਾ ਤੱਕ ਪਹੁੰਚਾ ਦੇਣਾ ਇੱਕ ਟੈਲੀਵਿਜ਼ਨ ਦੀ ਭੈੜੀ ਸੰਗਤ ਨੇ ਸਾਰੇ ਪੁਰਾਣੇ ਚੰਗੇ ਸੰਸਕਾਰਾਂ ਤੇ ਉਹਦੇ ਉੱਪਰ ਹਾਵੀ ਹੋ ਗਈ। ਮਨ ਵਿੱਚ ਉਸਦੇ ਹਮੇਸ਼ਾ ਟੈਲੀਵਿਜ਼ਨ ਦੀਆਂ ਯਾਦਾਂ ਰਹਿੰਦੀਆਂ, ਸਾਰਾ ਦਿਨ ਟੈਲੀਵਿਜ਼ਨ ਨੂੰ ਸੁਣਾਈ ਜਾਂਦਾ। ਕਿੰਨੀ ਵੱਡੀ ਸੱਚਾਈ ਲੁਕੀ ਹੋਈ ਹੈ ਕਿ ਕੋਈ ਵੀ ਪ੍ਰੇਮੀ ਚੰਗੀ ਸੰਗਤ ਕਰਕੇ ਸੇਵਾ ਸਿਮਰਨ ਦੇ ਨਾਲ ਸੱਚਖੰਡ ਦੇ ਦਰਵਾਜ਼ੇ ਦੇ ਅੰਦਰ ਇੱਕ ਪੈਰ ਰੱਖ ਲਵੇ ਤੇ ਕਿਤੇ ਉਹਨੂੰ ਕੁਸੰਗਤ ਮਿਲ ਜਾਵੇ, ਦੂਜਾ ਪੈਰ ਅੰਦਰ ਤੱਕ ਹੀ ਰੱਖਣਾ। ਕੁਸੰਗਤ ਇੰਨੀ ਮਾੜੀ ਹੈ ਕਿ ਉਹ ਪਹਿਲਾ ਰੱਖਿਆ ਪੈਰ ਵੀ ਆਪਣਾ ਪਿੱਛੇ ਖਿੱਚ ਲੈਂਦਾ। ਇਸੇ ਤਰ੍ਹਾਂ ਭਾਈ ਸਾਧੂ ਸਿੰਘ ਦੇ ਨਾਲ ਵੀ ਹੋਇਆ। ਇੰਨੇ ਸਾਲਾਂ ਦੀ ਸੇਵਾ ਸਿਮਰਨ ਦਾ ਫਲ, ਇੰਨੇ ਸਾਲਾਂ ਦੀ ਸੰਗਤ ਦਾ, ਸੇਵਾ ਸਿਮਰਨ ਦਾ, ਅਣਹਦ ਸ਼ਬਦ ਦੇ ਵਾਜੇ ਵੱਜਣ ਦਾ ਫਲ 1 ਮਹੀਨੇ 1.5 ਮਹੀਨੇ ਦੀ ਉਸ ਟੈਲੀਵਿਜ਼ਨ ਦੀ ਸੰਗਤ ਨੇ ਉਸਦੇ ਮਨ ਵਿੱਚੋਂ ਭੁਲਾ ਦਿੱਤਾ। ਹੁਣ ਨਾ ਤਾਂ ਕੋਈ ਅਣਹਦ ਸ਼ਬਦ ਦੇ ਵਾਜੇ ਵੱਜਦੇ ਸੀ ਤੇ ਨਾ ਹੀ ਕੋਈ ਸੇਵਾ ਸਿਮਰਨ ਦਾ ਫਲ ਸੀ। ਭਾਈ ਸੇਵਾ ਸਿੰਘ ਇਹ ਸੋਚ ਕੇ ਬੜੇ ਹੈਰਾਨ ਹੁੰਦੇ। ਕਹਿੰਦੇ ਭਾਈ ਸਾਧੂ ਸਿੰਘ ਨੇ ਤਾਂ ਸਿਰਫ 1.5 ਮਹੀਨਾ 1 ਮਹੀਨਾ ਹੀ ਉਸ ਟੈਲੀਵਿਜ਼ਨ ਦੀ ਸੰਗਤ ਕੀਤੀ ਸੀ, ਉਹ ਵੀ ਕੇਵਲ ਚਿੱਤਰ ਦੇਖ ਕੇ, ਕਿਉਂਕਿ ਚੰਗੀ ਤਰ੍ਹਾਂ ਸੁਣਾਈ ਨਹੀਂ ਸੀ ਦਿੰਦਾ, ਕੇਵਲ ਚਿੱਤਰ ਦੇਖ ਕੇ ਹੀ ਸਮਝਦੇ ਸੀ। ਉਸ ਦੀ ਇੰਨੀ ਭੈੜੀ ਹਾਲਤ ਹੋ ਗਈ ਸੀ ਕਿ ਸੇਵਾ ਸਿਮਰਨ ਦੀ ਦਾਤ ਭੁੱਲ ਗਈ, ਆਨੰਦ ਸ਼ਬਦ ਦੇ ਵਾਜੇ ਵੱਜਣੇ ਹਟ ਗਏ। ਜਿਸ ਨੇ ਟੈਲੀਵਿਜ਼ਨ ਦੇਖਿਆ ਵੀ ਹੈ, ਜਿਸ ਨੂੰ ਚੰਗੀ ਤਰ੍ਹਾਂ ਸੁਣਾਈ ਵੀ ਦਿੰਦਾ ਹੈ, ਉਸ ਦੀ ਕੀ ਹਾਲਤ ਹੋਵੇਗੀ। ਭਾਈ ਸੇਵਾ ਸਿੰਘ ਇਸੇ ਤਰ੍ਹਾਂ ਸੋਚਦੇ। ਭਾਈ ਸਾਧੂ ਸਿੰਘ ਨੇ 1.5 ਮਹੀਨੇ ਟੈਲੀਵਿਜ਼ਨ ਦੇਖ ਕੇ ਆਪਣਾ ਸਾਰਾ ਕੁਝ ਭੁਲਾ ਦਿੱਤਾ, ਜਿਸ ਨੇ ਇੰਨਾ ਸਾਰਾ ਆਪਣਾ ਜੀਵਨ ਹੈ ਜਿਹੜਾ ਉਹ ਟੈਲੀਵਿਜ਼ਨ ਦੇਖਦੇ ਲੰਘਾ ਦਿੱਤਾ। ਭਾਵ ਕਿ ਉਸਨੂੰ ਚੰਗੀ ਤਰ੍ਹਾਂ ਦਿਖਦਾ ਵੀ ਹੈ, ਸੁਣਦਾ ਵੀ ਹੈ, ਪਰ ਫਿਰ ਵੀ ਉਸਨੇ ਟੈਲੀਵਿਜ਼ਨ ਦੇਖਣਾ ਬੰਦ ਨਹੀਂ ਕੀਤਾ। ਤੇ ਜਦੋਂ ਟੈਲੀਵਿਜ਼ਨ ਜਿਹਨੂੰ ਸੁਣਦਾ ਹੈ, ਉਸਨੇ ਗੰਦੇ ਨਾਟਕ, ਗੰਦੇ ਫਿਲਮਾਂ ਦੇਖ ਕੇ ਜਿਹੜਾ ਉਸਨੂੰ ਉਸਦੇ ਜੀਵਨ ਤੇ ਕਿੰਨਾ ਪ੍ਰਭਾਵ ਪਿਆ ਹੋਵੇਗਾ। ਕਿਉਂਕਿ ਭਾਈ ਸਾਧੂ ਸਿੰਘ ਸੀ ਜਿਹੜਾ, ਉਹਨੂੰ ਕੇਵਲ ਦਿਸਦਾ ਸੀ, ਫਿਰ ਵੀ ਉਹਦੇ ਜੀਵਨ ਤੇ ਕਿੰਨਾ ਪ੍ਰਭਾਵ ਪੈ ਗਿਆ ਸੀ। ਜਿਸ ਨੂੰ ਸੁਣਦਾ ਵੀ ਹੈ, ਉਸਦੇ ਜੀਵਨ ਤੇ ਕਿੰਨਾ ਪ੍ਰਭਾਵ ਪਵੇਗਾ। ਬਾਬਾ ਫਰੀਦ ਜੀ ਦਾ ਸ਼ਲੋਕ ਇੱਥੇ ਕੁਝ ਟੁਕਦਾ ਹੈ। ਇਹੋ ਨਿਦੋਸਾਂ ਮਾਰੀ ਹੈ ਹਮ ਦੋਸਾਂ ਕਾ ਕਿਆ ਹਾਲ। ਕਹਿੰਦੇ ਵਾਹ ਕਲਯੁਗ
ਬਾਬੇ ਗੁਰੂ ਨਾਨਕ ਨੇ ਤਾਂ ਘਰ ਘਰ ਅੰਦਰ ਧਰਮਸ਼ਾਲ ਬਣਾ ਕੇ ਹੋਵੇ ਕੀਰਤਨ ਸਦਾ ਵਿਸੋਆ ਦਾ ਜਿਹੜਾ ਉਚਾਰਨ ਹੈ ਉਹ ਸ਼ੁਰੂ ਕੀਤਾ ਸੀ। ਪਰ ਤੂੰ ਵੀ ਬਾਬੇ ਦਾ ਮੁਕਾਬਲਾ ਪੂਰਾ ਕਰ ਰਿਹਾ। ਤੂੰ ਘਰ ਘਰ ਅੰਦਰ ਟੈਲੀਵਿਜ਼ਨ ਦੀ ਰਾਹੀਂ ਧਰਮਸ਼ਾਲਾ ਦੀ ਗੁਰੂ ਕੀਰਤੀ ਦੂਰ ਕਰਕੇ ਘਰ ਘਰ ਦੇ ਵਿੱਚ ਸਿਨੇਮੇ ਖੋਲ ਦਿੱਤੇ। ਸ਼ਾਮ ਨੂੰ ਜੋ ਟੈਲੀਵਿਜ਼ਨਾਂ ਤੇ ਮੂਰਤਾਂ ਦਿਖਾਈਆਂ ਜਾਂਦੀਆਂ ਨੇ, ਸ਼ਾਮ ਨੂੰ ਰਹਿਰਾਸ ਦਾ ਸਮਾਂ ਵੀ ਭੁਲਾ ਕੇ ਸਮੇਟ ਦਿੱਤਾ ਤੇ ਉਹਨਾਂ ਟੈਲੀਵਿਜ਼ਨ ਦੀਆਂ ਮੂਰਤਾਂ ਹੀ ਸਾਰਾ ਦਿਨ ਆਪਣੇ ਮਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਹਨ। ਰਾਤ ਲੇਟ ਆਰਾਮ ਕਰਨ ਨਾਲ ਤੇਰੇ ਉਪਕਾਰ ਸਦਕਾ ਅੰਮ੍ਰਿਤ ਵੇਲਾ ਤੂੰ ਗੁਰਸਿੱਖਾਂ ਤੋਂ ਖੋਹ ਲਿਆ। ਤੇਰਾ ਰਾਜ ਹੋਏ ਕੋਈ ਵਿਰਲਾ ਹੀ ਤੇਰੇ ਅਸਰ ਤੋਂ ਬਚਿਆ। ਉਹ ਕੋਈ ਵਿਰਲਾ ਹੀ ਹੈ ਜਿਹੜਾ ਟੈਲੀਵਿਜ਼ਨ ਦੇ ਅਸਰ ਤੋਂ ਬਚਿਆ, ਕਿਉਂਕਿ ਜਿਹੜਾ ਟੈਲੀਵਿਜ਼ਨ ਹੈ ਅੱਜ ਇੱਕ ਬੜਾ ਭੈੜਾ ਨਸ਼ਾ, ਹਰ ਇੱਕ ਇਸ ਨਸ਼ੇ ਦੇ ਵਿੱਚ ਫਸਿਆ ਹੋਇਆ ਹੈ। ਆਪਾਂ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਸ ਨਸ਼ੇ ਨੂੰ ਪੀਤਿਆਂ ਸਾਡੀ ਜਿਹੜੀ ਬੁੱਧੀ ਹੈ ਉਹ ਭ੍ਰਿਸ਼ਟ ਹੁੰਦੀ ਹੈ, ਸਾਨੂੰ ਉਸ ਤੋਂ ਦੂਰ ਹੀ ਹੋ ਜਾਣਾ ਚਾਹੀਦਾ। ਜੇਕਰ ਅਸੀਂ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ, ਜਦੋਂ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੇ ਕੋਲ ਸਿੱਧ ਗੋਸ਼ਟ ਕਰਨ ਲਈ ਸੁਮੇਰ ਪਰਬਤ ਤੇ ਜਾਂਦੇ ਨੇ, ਤਾਂ ਉੱਥੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜਦੋਂ ਪਹੁੰਚਦੇ ਨੇ ਤਾਂ ਸਿੱਧ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਸ਼ਰਾਬ ਦਾ ਪਿਆਲਾ ਭੇਟ ਕਰਦੇ ਤੇ ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਕਹਿੰਦੇ ਇਹ ਤਾਂ ਪੀਣ ਲਈ ਮਾੜੀ ਹੁੰਦੀ ਹੈ। ਪਰ ਸਿੱਧ ਕਹਿੰਦੇ ਨੇ, ਕਹਿੰਦੇ ਸ਼ਰਾਬ ਪੀਣ ਦੇ ਨਾਲ ਤਾਂ ਕਹਿੰਦੇ ਉਸ ਪਰਮਾਤਮਾ ਨਾਲ ਵੀ ਜੁੜਦੀ ਹੈ, ਕਹਿੰਦੇ ਤੁਸੀਂ ਵੀ ਪੀ ਲਓ। ਪਰ ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ, ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਪਾਵੇ। ਭਾਵ ਕਿ ਜਿਸ ਨੂੰ ਪੀਤਿਆਂ ਸਾਡੀ ਜਿਹੜੀ ਮੱਤ ਹੈ ਉਹ ਦੂਰ ਹੋ ਜਾਂਦੀ ਹੈ, ਸਾਨੂੰ ਉਸ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਸ਼ਰਾਬ ਵੀ ਇੱਕ ਬੜਾ ਭੈੜਾ ਨਸ਼ਾ ਹੈ। ਪਰ ਭਾਗਾਂ ਵਾਲਿਓ ਮਾਫ ਕਰਨਾ, ਜਿਹੜੀ ਸ਼ਰਾਬ ਹੈ ਉਹ ਅੱਜ ਹਰ ਘਰ ਦੇ ਵਿੱਚ ਹੈ, ਕਿਉਂਕਿ ਸ਼ਰਾਬ ਅੱਜ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਰਲਾ ਘਰ ਹੀ ਹੈ ਜਿਹਦੇ ਵਿੱਚ ਸ਼ਰਾਬ ਨਹੀਂ। ਸ਼ਰਾਬ ਵੀ ਬੜਾ ਭੈੜਾ ਨਸ਼ਾ, ਸਾਨੂੰ ਅਨੇਕਾਂ ਹੀ ਬਿਮਾਰੀਆਂ ਲਾ ਦਿੰਦੀਆਂ ਤੇ ਇਸ ਦੁਨਿਆਵੀ ਨਸ਼ੇ ਤੋਂ ਬਗੈਰ ਇੱਕ ਬੜੇ ਭੈੜੇ ਨਸ਼ੇ ਵੀ ਸਾਡੇ ਕੋਲ ਨੇ, ਮੋਬਾਈਲ ਫੋਨ, ਟੈਲੀਵਿਜ਼ਨ, ਜਿਨ੍ਹਾਂ ਦੇ ਨਾਲ ਸਾਡੇ ਤੇ ਇੰਨਾ ਪ੍ਰਭਾਵ ਪੈਂਦਾ। ਜਿਵੇਂ ਭਾਈ ਸਾਧੂ ਸਿੰਘ ਦੀ ਕਹਾਣੀ ਅਸੀਂ ਸੁਣ ਕੇ ਹਟੇ ਹਾਂ ਕਿ ਭਾਈ ਸਾਧੂ ਸਿੰਘ ਨੇ ਥੋੜਾ ਚਿਰ ਹੀ ਉਸ ਟੈਲੀਵਿਜ਼ਨ ਦੀ ਸੰਗਤ ਕੀਤੀ ਸੀ ਤੇ ਉਸ ਟੈਲੀਵਿਜ਼ਨ ਦੀ ਸੰਗਤ ਦੇ ਨਾਲ ਸਾਰਾ ਕੁਝ ਹੀ ਭੁਲਾ ਦਿੱਤਾ। ਸੇਵਾ ਸਿਮਰਨ ਸੰਗਤ ਅਨਹਦ ਸ਼ਬਦ ਦੇ ਵਾਜੇ ਭੁਲਾ ਦਿੱਤੇ ਤੇ ਉਸ ਦੀ ਕੀ ਹਾਲਤ ਹੋਵੇਗੀ ਜਿਸ ਨੇ ਅਨੇਕਾਂ ਹੀ ਸਮੇਂ ਤੋਂ, ਪਿਛਲੇ ਕਿੰਨੇ ਹੀ ਸਮੇਂ ਤੋਂ ਟੈਲੀਵਿਜ਼ਨ ਦੇਖ ਰਿਹਾ ਹੈ। ਟੈਲੀਵਿਜ਼ਨ ਦੇ ਵਿੱਚ ਗੰਦੇ ਨਾਟਕ, ਗੰਦੇ ਫਿਲਮਾਂ ਤੇ ਕਿੰਨੀਆਂ ਹੀ ਕੁਝ ਟੈਲੀਵਿਜ਼ਨ ਦੇ ਵਿੱਚ ਦੇਖ ਰਿਹਾ ਹੈ। ਜੇਕਰ ਕੋਈ ਟੈਲੀਵਿਜ਼ਨ ਨਹੀਂ ਦੇਖਦਾ, ਟੈਲੀਵਿਜ਼ਨ ਤੋਂ ਜਦੋਂ ਟੈਲੀਵਿਜ਼ਨ ਨੂੰ ਦੇਖਣਾ ਬੰਦ ਕਰ ਦਿੱਤਾ, ਹੌਲੀ ਹੌਲੀ ਸਾਡੀਆਂ ਜੇਬਾਂ ਦੇ ਵਿੱਚ ਮੋਬਾਈਲ ਫੋਨ ਵੀ ਨੇ। ਅੱਜ ਕੋਈ ਵਿਰਲਾ ਹੈ ਜਿਹਦੇ ਕੋਲ ਮੋਬਾਈਲ ਫੋਨ ਨਹੀਂ, ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰਦਾ, ਹਰ ਕੋਈ ਮੋਬਾਈਲ ਫੋਨ ਦੀ ਯੂਜ਼ ਕਰਦਾ। ਪਰ ਮੋਬਾਈਲ ਫੋਨ ਦੀ ਦੁਰਵਰਤੋਂ ਕਰਨੀ ਵੀ ਗਲਤ ਹੈ। ਇਹ ਵੀ ਇੱਕ ਬੜਾ ਭੈੜਾ ਨਸ਼ਾ ਹੈ, ਕਿਉਂਕਿ ਜਿਸ ਨੂੰ ਇਸ ਨਸ਼ੇ ਦੀ ਲੱਤ ਲੱਗ ਜਾਂਦੀ ਹੈ, ਕੋਈ ਵੀ ਨਸ਼ਾ ਜਦੋਂ ਕੋਈ ਮਨੁੱਖ ਕਰਦਾ ਹੈ ਤਾਂ ਜਿਹੜਾ ਉਹਨੇ ਇੱਕ ਵਾਰ ਨਸ਼ਾ ਕਰ ਲਿਆ, ਹੌਲੀ ਹੌਲੀ ਉਸਨੂੰ ਉਸਦੀ ਲੱਤ ਲੱਗ ਜਾਂਦੀ ਹੈ ਤੇ ਲੱਤ ਇੰਨੀ ਭੈੜੀ ਲੱਗ ਜਾਂਦੀ ਹੈ ਕਿ ਹੌਲੀ ਹੌਲੀ ਉਸ ਨਸ਼ੇ ਦਾ ਆਦੀ ਹੋ ਜਾਂਦਾ। ਉਸੇ ਤਰ੍ਹਾਂ ਜਿਸ ਨੇ ਇੱਕ ਵਾਰ ਮੋਬਾਈਲ ਫੋਨ ਨੂੰ ਚਲਾਉਣਾ ਸਿੱਖ ਲਿਆ, ਮੋਬਾਈਲ ਫੋਨ ਦੀ ਸਦ ਵਰਤੋਂ ਛੱਡ ਕੇ ਮੋਬਾਈਲ ਫੋਨ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਉਸਨੂੰ ਵੀ ਇਸ ਦੀ ਲੱਤ ਲੱਗ ਜਾਂਦੀ। ਤੇ ਇਹ ਵੀ ਇੰਨਾ ਭੈੜਾ ਨਸ਼ਾ ਹੈ ਕਿ ਬਾਕੀ ਨਸ਼ਿਆਂ ਤੋਂ ਵੀ ਬੜਾ ਭੈੜਾ ਹੈ, ਬੜਾ ਖਤਰਨਾਕ ਹੈ, ਕਿਉਂਕਿ ਇਸ ਮੋਬਾਈਲ ਫੋਨ ਦੀ ਅਸੀਂ ਸਦ ਵਰਤੋਂ ਕਰਨੀ ਸੀ। ਇਹ ਮੋਬਾਈਲ ਫੋਨ ਟੈਕਨੋਲੋਜੀ ਦੀ ਬੜੀ ਵਧੀਆ ਦੇਣ ਹੈ। ਇਹ ਨਹੀਂ ਕਹਿੰਦੇ ਕਿ ਮੋਬਾਈਲ ਫੋਨ ਮਾੜਾ ਹੈ, ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਵੀ ਟੈਕਨੋਲੋਜੀ ਦੀ ਬੜੀ ਵੱਡੀ ਦੇਣ ਹੈ ਜਿਹਨੇ ਮੋਬਾਈਲ ਫੋਨ ਬਣਾਇਆ। ਮੋਬਾਈਲ ਫੋਨ ਦੇ ਨਾਲ ਦੂਰ ਦਰਾਡੇ ਬੈਠੇ ਅਸੀਂ ਆਪਣੇ ਕਿੰਨੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਸਕਦੇ ਹਾਂ, ਫੋਨ ਲਾ ਸਕਦੇ ਹਾਂ। ਪਰ ਇਸ ਮੋਬਾਈਲ ਫੋਨ ਦੀ ਦੁਰਵਰਤੋਂ ਕਰਨੀ ਵੀ ਗਲਤ ਹੈ, ਕਿਉਂਕਿ ਜਦੋਂ ਅਸੀਂ ਇਸ ਮੋਬਾਈਲ ਫੋਨ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਇਸ ਮੋਬਾਈਲ ਫੋਨ ਦੇ ਵਿੱਚ ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ ਦੀ ਥਾਂ ਅਸੀਂ ਗੰਦੇ ਨਾਟਕ,
ਗੰਦੇ ਫਿਲਮਾਂ ਦੇਖਣੇ ਸ਼ੁਰੂ ਕਰ ਦਿੱਤੇ ਤਾਂ ਇਹ ਸਾਡੇ ਜੀਵਨ ਤੇ ਇੰਨਾ ਪ੍ਰਭਾਵ ਪਾਉਣਗੇ ਕਿ ਸਾਡੀ ਕੀਤੀ ਸੇਵਾ, ਸਿਮਰਨ, ਫਲ ਸਾਰਾ ਹੀ ਭ੍ਰਿਸ਼ਟ ਹੋ ਜਾਵੇਗਾ, ਭਾਵ ਕਿ ਇਸ ਮੋਬਾਈਲ ਫੋਨ ਦੀ ਦੁਰਵਰਤੋਂ ਤੋਂ ਬਚੀਏ। ਕਿਉਂਕਿ ਅਸੀਂ ਹੁਣ ਮੋਬਾਈਲ ਫੋਨ ਦੀ ਸਦਵਰਤੋਂ ਕਰ ਰਹੇ ਹਾਂ, ਕਿਉਂਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਕਿੰਨੇ ਹੀ ਲੰਮੇ ਸਮੇਂ ਤੋਂ ਇਹ ਕੈਂਪ ਚੱਲ ਰਿਹਾ। ਜਿੰਨੇ ਵੀ ਬੱਚੇ ਇਹ ਕੈਂਪ ਦੇ ਵਿੱਚ ਜੁੜੇ ਨੇ, ਭਾਗਾਂ ਵਾਲੇ ਨੇ, ਜੋ ਕੁਝ ਨਾ ਕੁਝ ਹਰ ਰੋਜ਼ ਨਿਤ ਨਵੇਂ ਟੌਪਿਕ ਤੇ ਬੋਲਿਆ ਜਾਂਦਾ ਹੈ। ਹਰ ਰੋਜ਼ ਅਸੀਂ ਨਵਾਂ ਕੁਝ ਸਿੱਖ ਰਹੇ ਹਾਂ, ਪਰ ਅਸੀਂ ਤਾਂ ਇੱਥੇ ਬੈਠੇ ਕੈਂਪ ਲਗਾ ਰਹੇ ਹਾਂ ਤੇ ਕਿੰਨੇ ਹੀ ਉਹ ਬੱਚੇ ਹੋਣਗੇ ਜਿਹੜੇ ਹੁਣ ਇਸ ਸਮੇਂ ਮੋਬਾਈਲ ਫੋਨ ਤੇ ਬੈਠੇ ਵਾਧੂ ਚੈਟ ਕਰ ਰਹੇ ਹੋਣਗੇ। ਕਿੰਨੇ ਹੀ ਬੱਚੇ ਹੋਣਗੇ ਜਿਹੜੇ ਇਸ ਸਮੇਂ ਮੋਬਾਈਲ ਫੋਨ ਤੇ ਬੈਠੇ ਵਾਧੂ ਦੇ YouTube ਤੇ ਗੰਦੇ ਨਾਟਕ ਦੇਖ ਰਹੇ ਹੋਣਗੇ। ਕਿੰਨੇ ਗੰਦੇ ਫਿਲਮਾਂ ਦੇਖ ਰਹੇ ਹੋਣਗੇ, ਗੰਦੇ ਗੀਤ ਸੁਣ ਰਹੇ ਹੋਣਗੇ। ਸਾਡੀ ਤਾਂ ਇਸ ਸਮੇਂ ਸਦਵਰਤੋਂ ਹੋ ਰਹੀ ਹੈ, ਪਰ ਉਹਨਾਂ ਤੇ ਬੜਾ ਪ੍ਰਭਾਵ ਪੈ ਰਿਹਾ ਹੈ। ਉਹ ਦੁਰਵਰਤੋਂ ਕਰ ਰਹੇ ਨੇ ਫੋਨ ਦੀ। ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਲਾ ਰਹੇ ਹਾਂ ਤੇ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖ ਰਹੇ ਹਾਂ। ਜਿਹੜਾ ਵੀ ਕੁਝ ਸਿੱਖਦੇ ਹਾਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਵਰਤਾਉਣ ਦੀ ਵੀ ਕੋਸ਼ਿਸ਼ ਕਰੀ। ਅਸੀਂ ਅੱਜ ਦੇ 5 ਮੰਮੇ, ਭਾਵ ਕਿ ਮੋਟਾ ਨਸ਼ਾ, ਮੈਡੀਕਲ ਨਸ਼ਾ, ਮੁੰਦਰਾ ਨਸ਼ਾ, ਮੋਟਰਸਾਈਕਲ ਨਸ਼ਾ, ਮਨਮਤ ਨਸ਼ਾ। ਮਨਮਤ ਵੀ ਨਸ਼ਾ ਹੈ। ਤੁਸੀਂ ਸਭ ਸਿਆਣੇ ਹੋ ਕਿ ਮਨਮਤ ਅੱਜ ਹੈ ਜਿਹੜੀ ਉਹ ਬੜੀ ਹੈ। ਗੁਰੂ ਸਾਹਿਬ ਦੀ ਗੱਲ ਨੂੰ ਭੁਲਾ ਕੇ ਅਸੀਂ ਸਾਰੇ ਮਨਮਤ ਦੇ ਵੱਲ ਜਾ ਰਹੇ ਹਾਂ। ਅਨੇਕਾਂ ਹੀ ਥਾਵਾਂ ਤੇ ਲੱਸੀਆਂ ਪੈ ਰਹੀਆਂ ਨੇ, ਮੱਥੇ ਟੇਕ ਰਹੇ ਨੇ, ਮੜੀਆਂ ਮਸਾਣਾ ਤੇ ਮੱਥੇ ਟੇਕ ਰਹੇ ਨੇ। ਇਹ ਮਨਮਤ ਹੀ ਹੈ। ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਨੇ, ਮੜਾ ਮਸਾਨ ਨਾ ਜਾਈ। ਅਸੀਂ ਮੜੀਆਂ ਮਸਾਣਾ ਤੇ ਨਹੀਂ ਜਾਣਾ, ਪਰ ਕਿੰਨੇ ਹੀ ਹੋਣਗੇ ਜਿਹੜੇ ਮੜੀਆਂ ਮਸਾਣਾ ਤੇ ਮੱਥੇ ਟੇਕ ਰਹੇ ਨੇ। ਇਹ ਵੀ ਇੱਕ ਨਸ਼ਾ ਹੈ। ਮੋਬਾਈਲ ਫੋਨ ਨਸ਼ਾ ਹੈ, ਟੈਲੀਵਿਜ਼ਨ ਨਸ਼ਾ ਹੈ। ਅਸੀਂ ਇਹਨਾਂ ਨਸ਼ਿਆਂ ਤੋਂ ਬਚ ਜਾਈਏ ਤੇ ਉਸ ਗੁਰੂ ਦੀ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਈਏ। ਸਾਡਾ ਟੌਪਿਕ ਹੈ ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ। ਅਸੀਂ ਟੈਲੀਵਿਜ਼ਨ ਦਾ ਨਸ਼ਾ ਨਹੀਂ ਕਰਨਾ। ਅਸੀਂ ਕੋਈ ਸਮੈਕ, ਕੋਈ ਸ਼ਰਾਬ, ਕੋਈ ਅਫੀਮ, ਕੋਈ ਭੰਗ ਅਜਿਹਾ ਨਸ਼ਾ ਨਹੀਂ ਕਰਨਾ। ਕੋਈ ਮੋਬਾਈਲ ਫੋਨ ਦਾ ਨਸ਼ਾ ਨਹੀਂ ਕਰਨਾ। ਇਹ ਨਹੀਂ ਕਿ ਮੋਬਾਈਲ ਫੋਨ ਨੂੰ ਬੰਦ ਕਰਕੇ ਇੱਕ ਪਾਸੇ ਰੱਖ ਦਿਓ। ਇਹ ਵੀ ਇੱਕ ਰੋਜ਼ਾਨਾ ਦੀ ਲੋੜ ਬਣ ਚੁੱਕਿਆ ਹੈ, ਕਿਉਂਕਿ ਮੋਬਾਈਲ ਫੋਨ ਤੇ ਫੋਨ ਵੀ ਆਉਂਦੇ ਨੇ, ਅਨੇਕਾਂ ਹੀ ਚੀਜ਼ਾਂ ਨੇ। ਪਰ ਜਿਵੇਂ ਪਹਿਲਾਂ ਵੀ ਮੈਂ ਕਹਿ ਕੇ ਹਟੀ ਹਾਂ ਕਿ ਮੋਬਾਈਲ ਫੋਨ ਦੀ ਸਦਵਰਤੋਂ ਕਰਨੀ ਸਿੱਖ ਗਏ। ਜਿਵੇਂ ਕਿ ਕੱਲ ਭਾਈ ਸਤਿੰਦਰ ਸਿੰਘ ਜੀ ਦਾ ਟੌਪਿਕ ਸੀ ਟੈਕਨੋਲੋਜੀ ਦੀ ਪੜ੍ਹਾਈ ਦੇ ਵਿੱਚ ਵਰਤੋਂ। ਹੁਣ ਟੈਕਨੋਲੋਜੀ ਦੀ ਇਹ ਦੇਣ ਹੈ ਮੋਬਾਈਲ ਫੋਨ। ਅਸੀਂ ਮੋਬਾਈਲ ਫੋਨ ਦੀ ਪੜ੍ਹਾਈ ਦੇ ਵਿੱਚ ਵੀ ਵਰਤੋਂ ਕਰ ਸਕਦੇ ਹਾਂ। ਜਦੋਂ ਅਸੀਂ ਕੁਝ ਵੀ ਪੜ੍ਹਨ ਦੇ ਲਈ ਸਿੱਖਦੇ ਹਾਂ, ਪੜ੍ਹਨ ਦੇ ਲਈ ਮੋਬਾਈਲ ਫੋਨ ਦੇ ਵਿੱਚੋਂ ਕੱਢਦੇ ਹਾਂ, 1 ਮਿੰਟ ਨਹੀਂ ਹੁੰਦਾ ਕਿ ਨਾਲ ਦੀ ਨਾਲ ਕੁਝ ਨਾ ਕੁਝ ਹੋਰ ਕੱਢ ਲੈਂਦੇ। ਗੰਦੇ ਨਾਟਕ, ਗੰਦੇ ਫਿਲਮਾਂ ਇਸ ਮੋਬਾਈਲ ਫੋਨ ਦੇ ਵਿੱਚ, ਕਿਉਂਕਿ ਮੋਬਾਈਲ ਫੋਨ ਦੇ ਵਿੱਚ ਸਭ ਕੁਝ ਹੈ, ਗੰਦਾ ਵੀ ਹੈ, ਚੰਗਾ ਵੀ ਹੈ। ਪਰ ਅਸੀਂ ਗੰਦੇ ਨੂੰ ਛੱਡਣਾ ਹੈ ਤੇ ਚੰਗੇ ਨੂੰ ਲੈਣਾ ਹੈ। ਇਸ ਮੋਬਾਈਲ ਫੋਨ ਦੀ ਅਸੀਂ ਸਹੀ ਵਰਤੋਂ ਕਰਨੀ ਤਾਂ ਜੋ ਅਸੀਂ ਇਸ ਮੋਬਾਈਲ ਫੋਨ ਦੀ ਪੂਰੀ ਜਿਹੜਾ ਲਾਭ ਉਹ ਲੈ ਸਕੀਏ। ਕਿਉਂਕਿ ਜਿਹੜਾ ਮੋਬਾਈਲ ਫੋਨ ਹੈ, ਤੁਸੀਂ ਸਾਰੇ ਸਿਆਣੇ ਹੋ ਕਿ ਇਹ ਵੀ ਇੱਕ ਨਸ਼ਾ ਹੈ, ਟੈਲੀਵਿਜ਼ਨ ਨਸ਼ਾ ਹੈ। ਗੁਰੂ ਸਾਹਿਬ ਮਿਹਰ ਕਰਨ ਕਿ ਅਸੀਂ ਇਸ ਨਸ਼ੇ ਤੋਂ ਬਚ ਜਾਈਏ। ਨਸ਼ਾ ਕਰਨਾ, ਪਰ ਕਿਹੜਾ ਕਰਨਾ? ਨਸ਼ਾ ਅਸੀਂ ਕਰਨਾ ਗੁਰਬਾਣੀ ਦਾ ਨਸ਼ਾ। ਇਸ ਗੁਰਬਾਣੀ ਦੇ ਨਸ਼ੇ ਨੂੰ ਕਰਨ ਦੇ ਲਈ ਕੋਈ ਬਿਮਾਰੀ ਨਹੀਂ ਲੱਗੇਗੀ, ਕੋਈ ਸਾਨੂੰ ਰੋਗ ਨਹੀਂ ਲੱਗੇਗਾ, ਸਾਨੂੰ ਕੋਈ ਵੀ ਜਿਹੜਾ ਸਰੀਰਕ ਰੋਗ ਹੈ ਉਹ ਨਹੀਂ ਲੱਗੇਗਾ, ਸਾਨੂੰ ਕੋਈ ਮਾਨਸਿਕ ਰੋਗ ਨਹੀਂ ਲੱਗੇਗਾ। ਇਹ ਨਸ਼ਾ ਕਰਨ ਦੇ ਨਾਲ ਤਾਂ ਸਗੋਂ ਜਿਹੜਾ ਸਾਡਾ ਜੀਵਨ ਹੈ ਉਹ ਸਫਲਾ ਹੋ ਜਾਵੇਗਾ। ਜੇਕਰ ਗੁਰਬਾਣੀ ਦਾ ਨਸ਼ਾ ਕਰ ਲਈਏ ਤਾਂ ਸਾਡਾ ਜੀਵਨ ਹੈ ਜਿਹੜਾ ਸੋਹਣਾ ਬਣ ਜਾਵੇਗਾ। ਕਹਿੰਦੇ ਵਾਹ ਕਲਯੁਗ ਵਾਹ, ਘਰ ਘਰ ਅੰਦਰ ਧਰਮਸ਼ਾਲ ਦੀ ਥਾਂ, ਹੁਣ ਘਰ ਘਰ ਦੇ ਅੰਦਰ ਨਸ਼ਾ ਆ ਗਿਆ। ਜਿਵੇਂ ਮੈਂ ਪਹਿਲਾਂ ਵੀ ਬੋਲ ਕੇ ਹਟੀ ਹਾਂ ਕਿ ਅਨੇਕਾਂ ਪੁੱਤ, ਅਨੇਕਾਂ ਨੌਜਵਾਨ ਨਸ਼ਾ ਕਰਕੇ ਡਿੱਗੇ ਪਏ ਨੇ ਤੇ ਮਾਂ-ਬਾਪ ਆ ਜਿਹੜੇ ਉਹ ਹੱਡ ਭੰਨ ਵੀ ਮਿਹਨਤ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦਾ ਬਚਨ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਵਿਸੋਆ, ਭਾਵ ਕਿ ਘਰ ਘਰ ਅੰਦਰ ਧਰਮਸ਼ਾਲ ਹੋਣੀ ਚਾਹੀਦੀ ਹੈ, ਕੀਰਤਨ ਹੋਣਾ ਚਾਹੀਦਾ ਹੈ। ਪਰ ਉਸ ਧਰਮਸ਼ਾਲ ਦੀ ਥਾਂ, ਕੀਰਤਨ ਦੀ ਥਾਂ ਅੱਜ ਘਰ ਘਰ ਦੇ ਅੰਦਰ ਨਸ਼ਾ ਆ ਗਿਆ। ਕੋਈ ਵਿਰਲਾ ਘਰ ਹੈ,
ਕੋਈ ਵਿਰਲੀ ਰੂਹ ਹੈ, ਕੋਈ ਵਿਰਲਾ ਜਿਹੜਾ ਮਕਾਨ ਹੈ ਜਿਹਦੇ ਵਿੱਚ ਨਸ਼ਾ ਨਹੀਂ। ਅੱਜ ਹਰ ਕੋਈ ਇਸ ਨਸ਼ੇ ਦੇ ਵਿੱਚ ਫਸਿਆ ਹੋਇਆ। ਗੁਰੂ ਸਾਹਿਬ ਤਰਸ ਕਰਨ ਸਾਨੂੰ ਇਸ ਨਸ਼ੇ ਰੂਪੀ ਦਲਦਲ ਦੇ ਵਿੱਚੋਂ ਬਾਹਰ ਕੱਢ ਲੈਣ, ਕਿਉਂਕਿ ਨਸ਼ਾ ਕਰਨ ਦੇ ਲਈ ਅਸੀਂ ਆਪਣੇ ਆਪ ਨੂੰ ਨਹੀਂ ਸਗੋਂ ਹੋਰਾਂ ਨੂੰ ਵੀ ਬੜਾ ਨੁਕਸਾਨ ਪਹੁੰਚਾਉਣੇ ਆ। ਜਦੋਂ ਨਸ਼ਾ ਕਰ ਲੈਂਦੇ ਆ ਤਾਂ ਸਾਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ, ਆਪਣੇ ਆਪ ਦਾ ਖਿਆਲ ਨਹੀਂ ਰਹਿੰਦਾ। ਅਸੀਂ ਅਨੇਕਾਂ ਦੇ ਨਾਲ ਝਗੜੇ ਲੜਾਈਆਂ ਕਰਦੇ ਹਾਂ, ਬੱਚਿਆਂ ਦੀ ਕੁੱਟਮਾਰ, ਪਤਨੀ ਦੇ ਨਾਲ ਝਗੜੇ ਲੜਾਈਆਂ, ਜਿਸ ਨਾਲ ਅਨੇਕਾਂ ਤਕਰਾਰ ਵੀ ਵੱਧਦੇ ਨੇ, ਤਲਾਕ ਤੱਕ ਦੀਆਂ ਗੱਲਾਂ ਵੀ ਆ ਜਾਂਦੀਆਂ। ਜੇਕਰ ਅਸੀਂ ਨਸ਼ਾ ਨਾ ਹੀ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਹੋਵੇਗੀ। ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਅਪਣਾ ਲਈਏ, ਘਰ ਘਰ ਅੰਦਰ ਧਰਮਸ਼ਾਲ, ਘਰ ਘਰ ਦੇ ਅੰਦਰ ਧਰਮਸ਼ਾਲ ਹੋਵੇ, ਘਰ ਘਰ ਅੰਦਰ ਕੀਰਤਨ ਹੋਵੇ ਤਾਂ ਜਿਹੜਾ ਸਾਡਾ ਜੀਵਨ ਹੈ ਉਹ ਵੀ ਸੋਹਣਾ ਹੋਵੇਗਾ। ਅਸੀਂ ਅੱਜ ਕੱਲ ਜਿਹੜੀ ਸਾਡੀ ਹਾਜ਼ਰੀ ਹੈ, ਸਾਡਾ ਉੱਠਣਾ ਬੈਠਣਾ ਹੈ, ਉਹ ਇਹੋ ਜਿਹੀ ਸੰਗਤ ਦੇ ਵਿੱਚ ਹੁੰਦਾ ਹੈ ਜਿਹੜੇ ਕਿ ਨਸ਼ਾ ਕਰਦੇ ਨੇ ਜਾਂ ਕੁਸੰਗਤ ਦੇ ਵਿੱਚ ਹੁੰਦਾ ਕਹਿ ਲਈ। ਪਰ ਜੇਕਰ ਅਸੀਂ ਗੁਰੂ ਸਾਹਿਬ ਦੀ ਗੱਲ ਨੂੰ ਅਪਣਾ ਲਈ, ਅਸੀਂ ਬੈਠੀ ਅਜਿਹੀ ਸੰਗਤ ਵਿੱਚ ਜਿੱਥੇ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ। ਗੁਰੂ ਸਾਹਿਬ ਬਚਨ ਕਰਦੇ ਨੇ ਨਾ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਸਤ ਸੰਗਤ ਤਾਂ ਉਹ ਹੁੰਦੀ ਹੈ ਜਿੱਥੇ ਕੇਵਲ ਇੱਕ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ। ਅਸੀਂ ਅਜਿਹੀ ਸੰਗਤ ਦੇ ਵਿੱਚ ਬੈਠੀਏ, ਅਜਿਹੀ ਸੰਗਤ ਦੇ ਵਿੱਚ ਵਿਚਾਰ ਕਰੀਏ, ਅਜਿਹੀ ਸੰਗਤ ਦੇ ਨਾਲ ਲੜੀਏ ਮਿਲੀਏ ਜਿੱਥੇ ਸਾਨੂੰ ਕੁਝ ਸਿੱਖਣ ਨੂੰ ਮਿਲੇ, ਨਾ ਕਿ ਅਜਿਹਿਆਂ ਦੇ ਵਿੱਚ ਬੈਠੀਏ ਜਿੱਥੇ ਸਾਨੂੰ ਕੁਝ ਗਲਤ ਸਿੱਖਣ ਨੂੰ ਮਿਲਦਾ ਹੈ, ਕੁਝ ਗਲਤ ਕਰਨ ਨੂੰ ਮਿਲਦਾ ਹੈ। ਕਿਉਂਕਿ ਅੱਜ ਕੱਲ ਦੇ ਨੌਜਵਾਨ ਬਹੁਤੇ ਤਾਂ ਇਸੇ ਕਰਕੇ ਨਸ਼ਾ ਕਰਨ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਨਸ਼ਾ ਕਰਦੇ ਨੇ। ਉਹਨਾਂ ਦੀ ਉੱਠਣੀ ਬੈਠਣੀ, ਬੈਠਣਾ, ਰਲਣਾ ਮਿਲਣਾ ਅਜਿਹੇ ਲੋਕਾਂ ਦੇ ਵਿੱਚ ਹੈ ਜਿਹੜੇ ਕਿ ਨਸ਼ਾ ਕਰਦੇ ਨੇ। ਪਰ ਜੇਕਰ ਅਸੀਂ ਬੈਠਾਂਗੇ ਅਜਿਹੇ ਲੋਕਾਂ ਦੇ ਵਿੱਚ, ਅਸੀਂ ਸੰਗਤ ਹੀ ਅਜਿਹੇ ਲੋਕਾਂ ਦੀ ਕਰਾਂਗੇ, ਹਾਜ਼ਰੀ ਅਜਿਹੇ ਲੋਕਾਂ ਦੇ ਵਿੱਚ ਭਰਾਂਗੇ ਤਾਂ ਸਾਡਾ ਜੀਵਨ ਹੈ ਜਿਹੜਾ ਉਹ ਵੀ ਸੋਹਣਾ ਬਣ ਜਾਵੇਗਾ। ਅਸੀਂ ਇਸ ਨਸ਼ੇ ਰੂਪੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ। ਹਾਜ਼ਰੀ ਭਰਨੀ ਸੀ ਗੁਰੂ ਦੀ, ਪਰ ਲਾਗੇ ਭਰਨ ਟੀਵੀ ਦੀ। ਕਹਿੰਦੇ ਹਾਜ਼ਰੀ ਤਾਂ ਭਰਨੀ ਸੀ ਗੁਰੂ ਦੇ ਦਰ ਤੇ, ਹਾਜ਼ਰੀ ਤਾਂ ਭਰਨੀ ਸੀ ਗੁਰੂ ਦੀ, ਪਰ ਲਾਗੇ ਭਰਨ ਟੀਵੀ ਦੀ। ਹਾਜ਼ਰੀ ਤਾਂ ਭਰਨੀ ਸੀ ਗੁਰੂ ਦੀ, ਪਰ ਲਾਗੇ ਭਰਨ ਮੋਬਾਈਲ ਫੋਨ ਤੇ ਗੰਦੇ ਨਾਟਕ, ਗੰਦੇ ਗੀਤ ਤੇ ਸਾਰੀ ਸਾਰੀ ਰਾਤ ਚੈਟ ਕਰਨ ਦੀ। ਹਾਜ਼ਰੀ ਭਰਨੀ ਸੀ ਤਾਂ ਭਰਨੀ ਸੀ ਗੁਰੂ ਦੀ, ਪਰ ਭਰਨ ਲੱਗੇ ਮੈਰਿਜ ਪੈਲਸਾਂ ਦੇ ਵਿੱਚ ਗੰਦੇ ਨਾਚਾਂ ਦੀ। ਹਾਜ਼ਰੀ ਭਰਨੀ ਸੀ ਗੁਰੂ ਦੀ, ਪਰ ਭਰਨ ਲੱਗੇ ਕਲੱਬਾਂ ਦੇ ਵਿੱਚ। ਜਿੱਥੇ ਅਸੀਂ ਉਸ ਗੁਰੂ ਦੀ ਹਾਜ਼ਰੀ ਭਰਨੀ ਸੀ ਉੱਥੇ ਮੈਰਿਜ ਪੈਲਸਾਂ, ਕਲੱਬਾਂ, ਮੋਬਾਈਲ ਫੋਨ, ਟੈਲੀਵਿਜ਼ਨ ਇਹਨਾਂ ਦੀ ਹਾਜ਼ਰੀ ਭਰਨ ਲੱਗ ਗਏ। ਸਾਡੇ ਕੋਲ ਘੰਟਾ ਘੰਟਾ 2-2 ਘੰਟੇ ਮੋਬਾਈਲ ਫੋਨ ਚਲਾਉਣ ਲਈ ਤਾਂ ਸਮਾਂ ਹੈਗਾ, ਪਰ ਮਾਫ ਕਰਨਾ ਨਿਤਨੇਮ ਕਰਨ ਲਈ 40 ਮਿੰਟ ਵੀ ਬੋਲੇ ਲੱਗਦੇ ਨੇ। ਗੁਰੂ ਸਾਹਿਬ ਤਰਸ ਕਰਨ ਕਿ ਸਾਨੂੰ ਇਸ ਨਸ਼ੇ ਤੋਂ ਬਚਾ ਲੈਣ ਤੇ ਸਾਡੇ ਵਿੱਚ ਵੀ ਸਾਨੂੰ ਵੀ ਸੋਝੀ ਆ ਜਾਵੇ ਕਿ ਅਸੀਂ ਵੀ ਉਸ ਗੁਰੂ ਦੀ ਹਾਜ਼ਰੀ ਭਰੀਏ। ਕਿਉਂਕਿ ਸੋਝੀ ਤਾਂ ਹੀ ਆਉਣੀ ਹੈ ਜੇਕਰ ਉਸ ਗੁਰੂ ਦੇ ਦਰ ਤੇ ਆਵਾਂਗੇ ਤੇ ਉਸ ਗੁਰੂ ਤੋਂ ਕੁਝ ਸਿੱਖਾਂਗੇ ਵੀ। ਕਿਉਂਕਿ ਇਹ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਲੱਗ ਰਿਹਾ, ਹਰ ਰੋਜ਼ ਕੋਈ ਨਵਾਂ ਵਿਸ਼ਾ, ਨਵਾਂ ਟੌਪਿਕ, ਕੋਈ ਨਵਾਂ ਬੋਲਦਾ, ਪਰ ਅਸੀਂ ਜਿਹੜਾ ਵੀ ਕੁਝ ਆਪਣੀਆਂ ਗਿਆਨ ਗੋਲਕਾਂ ਦੇ ਵਿੱਚ ਲਿਖਦੇ ਹਾਂ ਉਸਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਵੀ ਲਿਆਈਏ। ਕਿਉਂਕਿ ਕੈਂਪ ਲਗਾਉਣ ਦਾ ਮਕਸਦ ਹੀ ਇਹ ਹੈ ਕਿ ਅਸੀਂ ਜਿਹੜਾ ਕੁਝ ਸਿੱਖ ਰਹੇ ਹਾਂ ਉਸਨੂੰ ਆਪਣੇ ਜੀਵਨ ਦੇ ਵਿੱਚ ਵੀ ਲਾਗੂ ਕਰੀਏ। ਜੇਕਰ ਜਿਹੜਾ ਕੁਝ ਵੀ ਸਿੱਖਿਆ ਉਸਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਿਆ ਤਾਂ ਸਾਡਾ ਜੀਵਨ ਹੈ ਜਿਹੜਾ ਉਹ ਸੋਹਣਾ ਬਣ ਜਾਵੇਗਾ। ਨਸ਼ਾ ਕਰਨਾ ਹੈ ਪਰ ਕਿਹੜਾ ਕਰਨਾ ਹੈ? ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਊਠਤ ਬੈਠਤ ਸੋਵਤ ਧਿਆਈਐ। ਊਠਤ ਉੱਠਦਿਆਂ, ਬੈਠਤ ਬਹਿੰਦਿਆਂ, ਸੋਵਤ ਸੌਂਦਿਆਂ। ਉੱਠਦਿਆਂ, ਬਹਿੰਦਿਆਂ, ਸੌਂਦਿਆਂ ਉਸ ਪਰਮਾਤਮਾ ਦਾ ਨਾਮ ਧਿਆਉਣਾ। ਜਿਵੇਂ ਭਾਈ ਸਾਧੂ ਸਿੰਘ ਸੀ ਜਿਹੜਾ, ਜਦੋਂ ਉਸ ਅਕਾਲ ਪੁਰਖ ਦੀ ਮਿਹਰ ਸੀ, ਜਦੋਂ ਖੇਤਾਂ ਦੇ ਵਿੱਚ ਘਾਹ ਪੱਟਦਾ ਸੀ ਉਦੋਂ ਵੀ ਸਾਰਾ ਦਿਨ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਸੀ। ਜਦੋਂ ਸੁੱਤਾ ਪਿਆ ਰਹਿੰਦਾ ਸੀ ਉਦੋਂ ਵੀ ਵਾਹਿਗੁਰੂ ਦਾ ਜਾਪ ਕਰਦਾ ਰਹਿੰਦਾ ਸੀ, ਉੱਚੀ ਉੱਚੀ ਵਾਹਿਗੁਰੂ ਬੋਲਦਾ ਰਹਿੰਦਾ ਸੀ। ਏਡੀ ਉੱਚੀ ਅਵਸਥਾ ਸੀ, ਅਨਹਦ ਦੇ ਸ਼ਬਦ ਤੇ ਬਾਜੇ ਵੀ ਵੱਜਣ ਲੱਗ ਗਏ ਸੀ। ਅਸੀਂ ਆਹ ਨਸ਼ਾ ਕਰਨਾ ਹੈ
ਨਾ ਕਿ ਕੋਈ ਸਮੈਕ, ਭੁੱਕੀ, ਅਫੀਮ ਜਾਂ ਟੈਲੀਵਿਜ਼ਨ, ਮੋਬਾਈਲ ਫੋਨ ਇਹਨਾਂ ਦਾ ਨਸ਼ਾ ਕਰਨ ਹੈ। ਨਸ਼ਾ ਕਰਨਾ ਤਾਂ ਗੁਰਬਾਣੀ ਦਾ ਕਰਨ ਹੈ। ਊਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਐ। ਇੱਕ ਹੋਰ ਪ੍ਰਮਾਣ ਲੈ ਲਈਏ, ਊਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕੈ ਸਿਤ ਕਾਮ। ਭਾਵ ਕਿ ਉੱਠਦਿਆਂ, ਬਹਿੰਦਿਆਂ, ਸੌਂਦਿਆਂ ਉਸ ਪਰਮਾਤਮਾ ਦਾ ਨਾਮ ਧਿਆਉਣਾ, ਸਿਮਰਨ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ। ਹਰ ਵਕਤ ਉਸ ਪਰਮਾਤਮਾ ਨੂੰ ਆਪਣੇ ਚੇਤੇ ਰੱਖਣਾ ਹੈ, ਜਿਸ ਪਰਮਾਤਮਾ ਨੇ ਇੰਨਾ ਸੋਹਣਾ ਜਾਮਾ ਬਖਸ਼ਿਆ ਹੈ, ਮਨੁੱਖੀ ਜਾਮਾ ਦਿੱਤਾ ਹੈ, ਇੰਨਾ ਸੋਹਣਾ ਜੀਵਨ ਬਖਸ਼ਿਆ ਹੈ। ਉਸ ਪਰਮਾਤਮਾ ਨੂੰ ਕਿਤੇ ਇਸ ਦੁਨਿਆਵੀ ਚੀਜ਼ਾਂ ਦੇ ਵਿੱਚ ਉਲਝ ਕੇ ਭੁੱਲ ਨਾ ਜਾਈਏ। ਹਮੇਸ਼ਾ ਵਾਹਿਗੁਰੂ ਦੇ ਜਾਪ ਦੇ ਵਿੱਚ ਲੀਨ ਰਹਿਣਾ ਹੈ, ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਪਦੇ ਰਹਿਣਾ। ਹੁਣ ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ? ਜਿਵੇਂ ਕਿ ਆਪਾਂ ਪਹਿਲਾਂ ਕਹਿ ਕੇ ਹਟਿਆ, ਨਸ਼ਾ ਕਰਨਾ ਹੈ, ਗੁਰਬਾਣੀ ਦਾ ਕਰਨਾ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਐ। ਅਸੀਂ ਆਹ ਨਸ਼ਾ ਕਰਨਾ ਹੈ, ਨਾ ਕਿ ਕੋਈ ਹੋਰ ਨਸ਼ਾ ਕਰਨਾ। ਜਿਵੇਂ ਕਿ ਅੰਕਲ ਜਸਵਿੰਦਰ ਸਿੰਘ ਜੀ ਖਾਲਸਾ, ਉਹ ਵੀ ਜਿਹੜੇ ਸਾਡੇ ਕੋਲ ਪ੍ਰਤੱਖ ਪ੍ਰਮਾਣ ਨੇ, ਸਾਨੂੰ ਕੋਈ ਪ੍ਰਤੱਖ ਪ੍ਰਮਾਣ ਲੈਣ ਦੀ ਲੋੜ ਨਹੀਂ। ਸਾਰੇ ਬੱਚਿਓ, ਮੇਰੇ ਭੈਣੋ ਤੇ ਭਰਾਵੋ, ਉਹਨਾਂ ਨੇ ਨਸ਼ਾ ਕੀਤਾ, ਪਰ ਕਿਹੜਾ ਨਸ਼ਾ ਕੀਤਾ? ਉਹਨਾਂ ਨੇ ਨਸ਼ਾ ਕੀਤਾ, ਆਪ ਵੀ ਗੁਰਬਾਣੀ ਦੇ ਨਾਲ ਜੁੜੇ ਤੇ ਹੋਰਨਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਿਆ। ਇਕੱਲਾ ਜੋੜਿਆ ਹੀ ਨਹੀਂ, ਸਗੋਂ ਗੁਰਬਾਣੀ ਦਾ ਪ੍ਰਮਾਣ ਹੈ, ਲੰਗਰ ਦੌਲਤ ਵੰਡੀ ਐ, ਰਸ ਅੰਮ੍ਰਿਤ ਖੀਰ ਘਿਆਲੀ। ਅਸੀਂ ਅੱਜ ਤੱਕ, ਜਾਂ ਮੈਂ ਅੱਜ ਤੱਕ ਇਹੀ ਸੁਣਿਆ ਹੈ ਵੀ ਜਿਹੜੀ ਲੰਗਰ ਦੇ ਵਿੱਚੋਂ ਦੌਲਤ ਵੰਡੀ ਜਾਂਦੀ ਹੈ, ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਨੇ, ਲੰਗਰ ਦੌਲਤ ਵੰਡੀ ਹੈ, ਲੰਗਰ ਦੇ ਵਿੱਚੋਂ ਦੌਲਤ ਵੰਡੀ ਜਾਂਦੀ ਹੈ। ਪਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਇਹ ਕਰ ਵੀ ਰਹੀ ਹੈ, ਲੰਗਰ ਦੇ ਵਿੱਚੋਂ ਦੌਲਤ ਵੰਡ ਵੀ ਰਹੀ ਹੈ। ਅੰਕਲ ਜਸਵਿੰਦਰ ਸਿੰਘ ਜੀ ਖਾਲਸਾ, ਜਿਹੜੇ ਕਿ ਆਪ ਵੀ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ, ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਜਿਹੜੀ ਕਿ ਬੜਾ ਮਹਾਨ ਕਾਰਜ ਕਰ ਰਹੀ। ਜਿਵੇਂ ਕਿ ਸਕਰੀਨ ਦੇ ਉੱਪਰ ਸ਼ਬਦ ਮੈਮ ਨੇ ਸ਼ੋਅ ਕਰ ਦਿੱਤਾ ਹੈ, ਲੰਗਰ ਦੌਲਤ ਵੰਡੀ ਹੈ, ਗੁਰ ਅੰਮ੍ਰਿਤ ਖੀਰ ਘਿਆਲੀ। ਭਾਵ ਕਿ ਅਸੀਂ ਲੰਗਰ ਦੇ ਵਿੱਚੋਂ ਦੌਲਤ ਵੰਡੀ ਹੈ ਉਹ ਸੁਣਿਆ, ਪਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਲੰਗਰ ਦੇ ਵਿੱਚੋਂ ਦੌਲਤ ਵੰਡ ਵੀ ਰਹੀ ਹੈ। ਜਿੱਥੇ ਵੀ ਕੋਈ ਲੋੜਵੰਦ ਬੱਚਾ ਫੀਸ, ਰਾਸ਼ਨ, ਕੱਪੜੇ ਜਾਂ ਕੋਈ ਵੀ ਲੋੜਵੰਦ ਮਿਲਦਾ ਹੈ, ਉਸਨੂੰ ਉਸਦੀ ਮਦਦ ਵੀ ਕਰਦੇ ਨੇ। ਅੰਕਲ ਜਸਵਿੰਦਰ ਸਿੰਘ ਜੀ ਖਾਲਸਾ ਮਹੀਨੇ ਦੇ ਵਿੱਚ ਲੱਖਾਂ ਹੀ ਰੁਪਏ ਬੱਚਿਆਂ ਦੀ ਫੀਸਾਂ ਦੇ ਲਈ ਭੇਜ ਰਹੇ ਨੇ। ਅਸੀਂ ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ? ਨਸ਼ਾ ਕਰਨਾ ਹੈ ਗੁਰਬਾਣੀ ਦਾ, ਨਸ਼ਾ ਕਰਨਾ ਹੈ ਗੁਰੂ ਦੀ ਬਾਣੀ ਦਾ। ਕੋਈ ਐਸਾ ਸਥਾਨ ਨਹੀਂ ਦੇਖਿਆ ਜਿੱਥੇ ਲੰਗਰ ਦੇ ਵਿੱਚੋਂ ਦੌਲਤ ਵੰਡੀ ਜਾਂਦੀ ਹੋਵੇ, ਪਰ ਅੱਜ ਇਹ ਸਿੱਧ ਹੁੰਦਾ ਹੈ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਇਸ ਨੂੰ ਸਿੱਧ ਕਰ ਰਹੀ ਹੈ। ਉਹ ਲੰਗਰ ਦੇ ਵਿੱਚੋਂ ਦੌਲਤ ਵੰਡ ਰਹੇ ਨੇ। ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਆਪਣਾ ਜੀਵਨ ਹੈ ਜਿਹੜਾ ਉਹ ਸੋਹਣਾ ਕਰਨ। ਹੁਣ ਅਸੀਂ ਇਹ ਦੇਖੀਏ ਕਿ ਨਸ਼ਾ ਕਰਨਾ ਹੈ, ਕਿਉਂਕਿ ਸਾਡਾ ਟੌਪਿਕ ਹੈ ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ। ਅਸੀਂ ਇਹ ਸਮਝ ਲਿਆ ਵੀ ਜਿਹੜਾ ਦੁਨਿਆਵੀ ਨਸ਼ਾ ਹੈ ਉਹ ਮਾੜਾ ਹੈ। ਅਸੀਂ ਨਸ਼ਾ ਕਰਨਾ ਹੈ ਗੁਰਬਾਣੀ ਦਾ ਕਰਨ। ਜੇਕਰ ਗੁਰਬਾਣੀ ਦਾ ਨਸ਼ਾ ਕਰ ਲਿਆ, ਕਿਉਂਕਿ ਜਿਹੜਾ ਨਸ਼ਾ ਕਰਦਾ ਹੈ ਉਹ ਪੂਰਾ ਨਸ਼ੇ ਦੇ ਵਿੱਚ ਮਸਤ ਹੋ ਜਾਂਦਾ ਹੈ, ਉਸਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਤੇ ਉਹ ਅਨੇਕਾਂ ਦੇ ਨਾਲ ਝਗੜੇ ਲੜਾਈਆਂ ਕਰਦਾ। ਅਸੀਂ ਗੁਰਬਾਣੀ ਦਾ ਨਸ਼ਾ ਕਰ ਲਿਆ, ਸਾਨੂੰ ਸੁੱਧ ਬੁੱਧ ਵੀ ਰਹੇਗੀ, ਅਸੀਂ ਕਿਸੇ ਨਾਲ ਲੜਾਈ ਨਹੀਂ ਕਰਾਂਗੇ, ਸਾਨੂੰ ਕੋਈ ਸਰੀਰਕ ਰੋਗ ਨਹੀਂ ਲੱਗੇਗਾ, ਸਾਨੂੰ ਕੋਈ ਮਾਨਸਿਕ ਰੋਗ ਨਹੀਂ ਲੱਗੇਗਾ, ਸਗੋਂ ਸਾਡਾ ਜੀਵਨ ਹੈ ਜਿਹੜਾ ਉਹ ਬਹੁਤ ਸੋਹਣਾ ਹੋ ਜਾਵੇਗਾ। ਅਸੀਂ ਵੀ ਗੁਰੂ ਵਾਲੇ ਬਣ ਜਾਵਾਂਗੇ ਤੇ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਆਪਣਾ ਜੀਵਨ ਸੋਹਣਾ ਬਣਾਈਏ। ਕਿਉਂਕਿ ਗੁਰੂ ਸਾਹਿਬ ਸਾਨੂੰ ਅਨੇਕਾਂ ਉਪਦੇਸ਼ ਦਿੰਦੇ ਨੇ ਨਸ਼ੇ ਦੇ ਬਾਰੇ ਜਾਂ ਸਾਡੇ ਜੀਵਨ ਨੂੰ ਸੋਹਣਾ ਬਣਾਉਣ ਦੇ ਬਾਰੇ। ਅਸੀਂ ਗੁਰਬਾਣੀ ਰੂਪੀ ਨਸ਼ਾ ਕਰਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਵੀ ਲਿਆਉਣਾ, ਕਿਉਂਕਿ ਕੋਈ ਵੀ ਚੀਜ਼ ਨੂੰ ਸਿੱਖੇ ਦਾ ਤਾਂ ਹੀ ਫਾਇਦਾ ਹੈ ਜੇਕਰ ਉਸ ਨੂੰ ਅਸੀਂ ਆਪਣੇ ਅਮਲੀ ਰੂਪ ਦੇ ਵਿੱਚ ਲਿਆਈਏ। ਹੁਣ ਅਸੀਂ ਇਸ ਕੈਂਪ ਦੇ ਵਿੱਚੋਂ ਸਿੱਖ ਰਹੇ ਹਾਂ, ਆਪਣੀਆਂ ਗਿਆਨ ਗੋਲਕਾਂ ਭਰ ਰਹੇ ਹਾਂ। ਕੱਲਾ ਗਿਆਨ ਗੋਲਕਾਂ ਭਰੇ ਦਾ ਵੀ ਕੋਈ ਫਾਇਦਾ ਨਹੀਂ। ਜੇਕਰ ਅਸੀਂ ਉਹ ਗਿਆਨ ਗੋਲਕਾਂ ਭਰ ਕੇ ਇੱਕ ਪਾਸੇ ਧਰ ਦੇਣੀ ਹੈ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ। ਅਸੀਂ ਗਿਆਨ ਗੋਲਕਾਂ ਭਰਨੀਆਂ ਵੀ ਹੈ ਤੇ ਉਹਨਾਂ ਗਿਆਨ ਗੋਲਕਾਂ ਦੇ ਵਿੱਚੋਂ ਜਿਹੜਾ ਕੁਝ ਲਿਖਿਆ ਹੈ ਉਹ ਸਿੱਖ ਕੇ ਉਹਨੂੰ ਆਪਣੇ ਅਮਲੀ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵੀ ਵਸਾਉਣਾ। ਕਿਉਂਕਿ ਇਸ ਕੈਂਪ ਦੇ ਵਿੱਚ ਬੜੇ ਸੈਸ਼ਨ ਲੱਗੇ ਨੇ ਸਾਡੇ ਰੋਜ਼ਾਨਾ ਜੀਵਨ ਦੇ ਸੰਬੰਧੀ, ਸਾਡੀ ਪੜ੍ਹਾਈ ਸੰਬੰਧੀ ਅਤੇ ਅਨੇਕਾਂ ਹੀ ਟੌਪਿਕ ਨੇ
ਟਾਈਮ ਮੈਨੇਜਮੈਂਟ, ਅਨੇਕਾਂ ਟੌਪਿਕ ਨੇ, ਪਰ ਇਹਨਾਂ ਟੌਪਿਕਾਂ ਨੂੰ ਸਮਝ ਕੇ, ਸਿੱਖ ਕੇ ਆਪਣੇ ਜੀਵਨ ਦੇ ਵਿੱਚ ਵੀ ਵਸਾਉਣ। ਜੇਕਰ ਇਹਨਾਂ ਨੂੰ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਦਿੱਤਾ ਤਾਂ ਹੀ ਸਾਡਾ ਜੀਵਨ ਸੋਹਣਾ ਬਣੇਗਾ। ਲਿਖ ਕੇ, ਕਾਪੀਆਂ ਭਰ ਕੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਕੋਈ ਫਾਇਦਾ ਨਹੀਂ। ਮੈਂ ਇੱਕ ਸ਼ਾਇਰ ਬੋਲਿਆ ਸੀ, ਕਿਧਰੇ ਵਿਕਦੀ ਡੋਡੇ ਪੁੱਕੀ, ਵਿਕਦੀ ਕਿਤੇ ਸ਼ਰਾਬ, ਪੀ ਸਮੈਕਾਂ ਗੱਭਰੂ ਲੇਟੇ, ਕੰਮਕਾਰ ਤੋਂ ਜਵਾਬ, ਟੀਕੇ ਲਾ ਕੇ ਪੈਣ ਕਬੱਡੀਆਂ, ਹੋ ਗਈ ਸਿਹਤ ਖਰਾਬ, ਹੰਬਲਾ ਮਾਰ ਜਵਾਨਾ ਓਏ, ਤੇਰਾ ਡੁੱਬ ਚੱਲਿਆ ਪੰਜਾਬ, ਤੇਰਾ ਡੁੱਬ ਚੱਲਿਆ ਪੰਜਾਬ। ਇਸ ਡੁੱਬਦੇ ਹੋਏ ਪੰਜਾਬ ਨੂੰ ਬਚਾਉਣ ਦੇ ਲਈ, ਅਸੀਂ ਗੁਰੂਆਂ ਦੇ ਪੰਜਾਬ ਨੂੰ ਬਚਾਉਣ ਦੇ ਲਈ ਹੰਬਲਾ ਅਸੀਂ ਮਾਰਨਾ ਹੈ। ਅਸੀਂ ਇਸ ਮੁਸ਼ਕਿਲਾਂ ਦੀ ਹਨੇਰੀ ਦੇ ਅੱਗੇ ਡਟ ਕੇ ਖੜੇ ਹੋਣਾ ਹੈ। ਜੇਕਰ ਡਟ ਕੇ ਖੜੇ ਹੋ ਗਏ ਤਾਂ ਸਾਡਾ ਜੀਵਨ ਹੈ ਜਿਹੜਾ, ਅਸੀਂ ਅਨੇਕਾਂ ਹੀ ਰੂਹਾਂ ਨੂੰ ਬਚਾ ਲਵਾਂਗੇ। ਜਿਵੇਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਬੜਾ ਹੰਬਲਾ ਮਾਰ ਰਹੀ ਹੈ। ਅੰਕਲ ਜਸਵਿੰਦਰ ਸਿੰਘ ਜੀ ਖਾਲਸਾ, ਮੈਮ ਜਸਪ੍ਰੀਤ ਕੌਰ ਬੜਾ ਹੰਬਲਾ ਮਾਰ ਰਹੇ ਨੇ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ। ਕਿਉਂਕਿ ਜਿੱਥੇ ਫੀਸਾਂ ਦੇ ਰਹੇ ਨੇ ਉੱਥੇ ਗੁਰਮਤ ਦੇ ਨਾਲ ਵੀ ਜੋੜ ਰਹੇ ਨੇ, ਸਹਿਜ ਪਾਠ ਦੇ ਨਾਲ ਵੀ ਜੋੜ ਰਹੇ ਨੇ। ਇਹ ਵੀ ਇੱਕ ਨਸ਼ਾ ਹੈ। ਅਸੀਂ ਇਹ ਨਸ਼ਾ ਕਰ ਲਈਏ ਤਾਂ ਸਾਡਾ ਜੀਵਨ ਹੈ ਜਿਹੜਾ ਉਹ ਸੋਹਣਾ ਬਣ ਜਾਵੇਗਾ। ਇਸ ਡੁੱਬਦੇ ਹੋਏ ਪੰਜਾਬ ਨੂੰ, ਜਿਹੜੀ ਇਹ ਗੁਰੂਆਂ ਦੀ ਧਰਤੀ ਵੱਜਦੀ ਸੀ, ਉਸ ਡੁੱਬਦੀ ਹੋਈ ਪੰਜਾਬ ਦੀ ਧਰਤੀ ਨੂੰ ਬਚਾ ਲਈਏ। ਨੌਜਵਾਨ ਪੀੜ੍ਹੀ ਨੂੰ ਅਪੀਲ ਕਰਨਾ ਚਾਹਾਂਗੀ ਕਿ ਇਹਨਾਂ ਨਸ਼ਿਆਂ ਦੀ ਹਨੇਰੀ ਅੱਗੇ ਡਟ ਕੇ ਖੜੇ ਹੋ ਜਾਈਏ ਤਾਂ ਇਹ ਮੁਸ਼ਕਿਲਾਂ ਜਿਹੜੀਆਂ ਉਹ ਬੱਦਲਾਂ ਵਾਂਗ ਉੱਡ ਜਾਣਗੀਆਂ। ਅਖੀਰ ਦੇ ਵਿੱਚ ਮੈਂ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ, ਮੈਮ ਜਸਪ੍ਰੀਤ ਕੌਰ ਜੀ ਖਾਲਸਾ ਅਤੇ ਆਪਣੇ ਵਾਈਸੀ ਸਰਦਾਰ ਗੁਰਪ੍ਰੀਤ ਸਿੰਘ ਜੀ ਖਾਲਸਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਹੜੇ ਕਿ ਸਾਡੀਆਂ ਫੀਸਾਂ ਦੇ ਰਹੇ ਨੇ, ਲੋੜਵੰਦ ਬੱਚਿਆਂ ਨੂੰ ਪੜ੍ਹਾ ਰਹੇ ਨੇ। ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੀ ਸਮਝ ਕੇ ਮੇਰੀਆਂ ਗਲਤੀਆਂ ਮੇਰੀ ਝੋਲੀ ਦੇ ਵਿੱਚ ਪਾ ਦੇਣਾ। ਜਿਹੜਾ ਵੀ ਕੁਝ ਸਿੱਖਣ ਨੂੰ ਮਿਲਿਆ ਉਹ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਦੇਣਾ। ਇਹਨਾਂ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਰਮਨਪ੍ਰੀਤ ਕੌਰ ਜੀ ਦਾ, ਜਿਨ੍ਹਾਂ ਦਾ ਬਹੁਤ ਹੀ ਵਧੀਆ ਵਿਸ਼ਾ ਸੀ ਨਸ਼ਾ ਕਰਨਾ ਪਰ ਕਿਹੜਾ। ਬਹੁਤ ਹੀ ਵਧੀਆ ਧੰਨਵਾਦ, ਸਾਨੂੰ ਸਾਰਿਆਂ ਨੂੰ ਸਮਝਾਇਆ ਹੈ ਕਿ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਹੀ ਸੌਂਦਿਆਂ ਹੀ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਕਹੋ ਨਾਨਕ ਜਨ ਕੇ ਸਦ ਕਾਮ, ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ। ਮਤਲਬ ਕਿ ਇਹੀ ਸੇਵਕਾਂ ਦਾ ਕੰਮ ਹੁੰਦਾ ਹੈ ਕਿ ਗੁਰੂ ਦਾ ਨਾਮ ਉੱਠਦਿਆਂ ਬਹਿੰਦਿਆਂ ਹੀ ਲੈਣਾ ਚਾਹੀਦਾ ਹੈ। ਇਸ ਨਾਲ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਖੁਸ਼ਹਾਲੀਅਤ ਆ ਜਾਂਦੀ ਹੈ। ਅੱਗੇ ਜੇ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਜੀ, ਆਪਣਾ ਹੈਂਡ ਰੇਜ਼ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਰਮਨਪ੍ਰੀਤ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਕਿ ਏਦਾਂ ਸੋਹਣਾ ਟੌਪਿਕ ਲਿਆ ਕਿ ਇਹਨਾਂ ਦੀ ਸ਼ਬਦਾਵਲੀ ਦੇਖਣ ਵਾਲੀ ਸੀ ਤੇ ਸੁਣਨ ਵਾਲੀ ਸੀ। ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਹੀ ਚਾਹੁੰਦਾ ਕਿ ਆਪਣੇ ਨਾ ਇੱਕ ਨਸ਼ੇ ਬਾਰੇ ਟੌਪਿਕ ਆ, ਨਸ਼ੇ ਤੇ ਗੱਲ ਕਰਨੀ ਚਾਹੁੰਦਾ। ਜੇ ਤੁਸੀਂ 2 ਮਿੰਟ ਜਾਂ 3 ਮਿੰਟ ਦੇ ਸਕਦੇ ਹੋ ਤਾਂ ਮੈਂ ਬੋਲ ਸਕਦਾ ਜੀ। ਸਭ ਤੋਂ ਪਹਿਲਾਂ ਨਾ ਆਪਣੀ ਪੰਜਾਬ ਦੇ ਵਿੱਚ ਨਾ ਨਸ਼ਾ ਜੋ ਕਿ ਅੱਜ ਤੱਕ ਵੱਡਾ ਦਰਿਆ ਬਣ ਚੁੱਕਾ ਜੀ। ਤੇ ਆਪਣੇ ਪੇਂਡੂਆਂ ਲੋਕਾਂ ਦੀ ਸੋਚ ਹੁੰਦੀ ਆ ਕਿ ਆਪਣਾ ਪੁੱਤ ਨਾ ਕਿਸੇ ਨੇ ਨਸ਼ੇ ਤੇ ਲਾਤਾ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਉਹ ਗਲਤ ਗੱਲ ਕਿੱਦਾਂ ਵਾ, ਜਿੱਦਾਂ ਕਿ ਆਪਣਾ ਮਨ ਹੁੰਦਾ ਵਾ, ਆਪਾਂ ਜਦੋਂ ਆਪਾਂ ਨੂੰ ਖੇਡਣ ਦੀ ਜਾਂ ਕੋਈ ਕੰਮ ਕਰਨ ਦੀ, ਉਹ ਆਪਣਾ ਮਨ ਤੇ ਆਪਣਾ ਤਨ ਕਰਦਾ ਵਾ। ਹੁਣ ਬਹੁਤ ਲੋਕਾਂ ਦੀ ਨਾ ਇਹ ਸੋਚ ਹੁੰਦੀ ਹੈ ਵੀ ਸਾਡਾ ਪੁੱਤ ਨਾ ਕਿਸੇ ਦੇ ਨਸ਼ੇ ਤੇ ਲਾਤਾ, ਕਿਉਂਕਿ ਦੂਸਰੇ ਲੋਕਾਂ ਨੂੰ ਭੰਡ ਰਹੇ ਹੁੰਦੇ ਆ। ਦੂਸਰੇ ਲੋਕਾਂ ਨੂੰ ਭੰਡ ਰਹੇ ਹੁੰਦੇ ਆ। ਉਹ ਕਿਉਂ ਭੰਡ ਰਹੇ ਹੁੰਦੇ ਆ? ਸਭ ਤੋਂ ਪਹਿਲਾਂ ਉਹਨਾਂ ਨੂੰ ਗੱਲ ਸੋਚਣੀ ਚਾਹੀਦੀ ਆ ਕਿ ਕੋਈ ਤੁਹਾਡੇ ਤਾਂ ਮੂੰਹ 'ਚ ਚੀਜ਼ ਪਾਉਣ ਨਹੀਂ ਲੱਗਾ। ਜਿੰਨਾ ਚਿਰ ਤੁਹਾਡਾ ਹੱਥ ਜਾਂ ਕੋਈ ਤੁਹਾਡਾ ਸਰੀਰ ਜਾਂ ਕੋਈ ਤੁਹਾਡਾ ਮਨ ਕਰਦਾ ਨਾ, ਉਹ ਚੀਜ਼ ਤੁਹਾਨੂੰ ਕਿਉਂ ਦੇਵੇ? ਤੁਹਾਡਾ ਆਪਣਾ ਹੱਕ ਆ ਵੀ ਤੁਸੀਂ ਨਹੀਂ ਖਾਣੀ। ਤੇ ਆਪਾਂ ਕਿਸੇ ਨੂੰ ਭੰਡਣਾ ਨੀ ਗਾ ਜੀ। ਤੇ ਹੁਣ ਆਪਣਾ ਇਹ ਚੀਜ਼ਾਂ ਛੱਡ ਕਿਵੇਂ ਸਕਦੇ ਆ? ਮਾੜੀਆਂ ਆਦਤਾਂ ਜਾਂ ਮਾੜੇ ਨਸ਼ੇ ਕਹਿ ਰਹੇ ਆਪਾਂ, ਜਿਵੇਂ ਇਹ ਆਪਾਂ ਛੱਡ ਕਿਵੇਂ ਸਕਦੇ? ਆਪਾਂ ਨਾ ਇੱਕ ਛੋਟੀ ਜਿਹੀ ਮਿਸਾਲ ਲਵਾਂਗੇ ਭਗਤ ਧੰਨੇ ਜੀ ਦੀ। ਉਹਨਾਂ ਨਾ ਗੁਰੂ ਪਾਉਣਾ ਸੀ, ਉਹਨਾਂ ਨੂੰ ਬਹੁਤ ਹੀ ਉਹਨਾਂ ਦੇ ਪਿੰਡ ਦੇ ਲੋਕ ਜਾਂ ਉਹਨਾਂ ਨੂੰ ਮਾੜਾ ਕਹਿਣਾ, ਉਹਨਾਂ ਨਾਲ ਪੱਥਰ 'ਚੋਂ ਰੱਬ ਪਾਇਆ ਸੀ। ਉਹ ਪੱਥਰ 'ਚ ਰੱਬ ਕਿਵੇਂ ਪਾਇਆ ਸੀ? ਇੱਕ ਠੋਸ ਵਿਸ਼ਵਾਸ, ਨਿਡਰਤਾ ਤੇ ਉਹਨਾਂ ਨੂੰ ਵਿਸ਼ਵਾਸ ਪੂਰਾ ਸੀ, ਮਨ ਰੂਪੀ ਤਨ ਰੂਪੀ। ਉਹ ਵਿਸ਼ਵਾਸ ਕਿਵੇਂ ਸੀ ਕਿ ਮੈਂ ਗੁਰੂ ਨੂੰ ਪਾਉਣਾ ਵਾ। ਤੇ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਜੋ ਕਿ ਨਸ਼ੇ ਕਰ ਰਹੇ ਆ ਜਾਂ ਕੋਈ ਭੈੜੀਆਂ ਆਦਤਾਂ ਦੇ ਵਿੱਚ ਕਰ ਰਿਹਾ, ਵੀ ਸਾਡੇ ਤੋਂ ਛੁੱਟ ਹੀ ਨਹੀਂ ਰਿਹਾ। ਹੁਣ ਅਸੀਂ ਕਰੀਏ ਤੇ ਕਰੀਏ ਕੀ? ਸਾਡੀ ਤਾਂ ਆਖਿਰ ਮੌਤ ਆ। ਪਰ ਜਿੰਨਾ ਚਿਰ ਅਸੀਂ ਹੈਗੇ ਆ ਨਸ਼ਾ ਕਰ ਰਹੇ ਹਾਂ।
ਪਰ ਉਹ ਛੱਡ ਸਕਦੇ ਨੇ। ਕਿਵੇਂ ਛੱਡ ਸਕਦੇ ਆ? ਜਿੰਨਾ ਚਿਰ ਉਹਨਾਂ ਦਾ ਆਪਣਾ ਆਤਮ ਵਿਸ਼ਵਾਸ, ਨਿਡਰਤਾ ਉਹ ਨਹੀਂ ਬਣ ਜਾਂਦੀ। ਉਹ ਕਿਉਂ? ਜਿਵੇਂ ਕਿ ਹੁਣ ਆਪਾਂ ਨੂੰ ਪਹਿਲਾਂ ਥੋੜੇ ਚਿਰ ਪਹਿਲਾਂ ਆਪਾਂ ਨੂੰ ਕਿਤਾਬਾਂ ਬਾਰੇ ਇੱਕ ਟੌਪਿਕ ਲਿਆ ਸੀ, ਉਹਨਾਂ ਦੇ ਵਿੱਚ ਆਪਾਂ ਨੂੰ ਇਹੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਆਪਾਂ ਕਿਸੇ ਤੋਂ ਸਿੱਖਣਾ ਜਾਂ ਉਹਨਾਂ ਦੀ ਜ਼ਿੰਦਗੀ ਜਿਉਣਾ। ਜਦੋਂ ਆਪਾਂ ਕਿਸੇ ਦੀ ਜ਼ਿੰਦਗੀ ਜਿਉਣੇ ਨਾ, ਆਪਾਂ ਉਹਨਾਂ ਦੇ ਵਰਗੇ ਮੋਟਿਵ ਹੁੰਦੇ ਆ ਜਾਂ ਉਹਨਾਂ ਦੇ ਵਰਗੇ ਆਪਾਂ ਬਦਲ ਜਾਂਦੇ ਆ। ਹੁਣ ਥੋੜੇ ਜਿਹੇ ਤੁਹਾਡੇ ਸਾਹਮਣੇ ਬੋਲ ਪੇਸ਼ ਕਰਨ ਜਾ ਰਿਹਾ, ਉਹਨਾਂ ਨੂੰ ਚਾਹੇ ਹੌਸਲਾ ਹੀ ਸਮਝ ਲਓ। ਹਿੰਮਤ ਨਾ ਹਾਰੋ, ਵਾਹਿਗੁਰੂ ਨੂੰ ਨਾ ਵਿਸਾਰੋ। ਹਿੰਮਤ ਨਾ ਹਾਰੋ, ਵਾਹਿਗੁਰੂ ਨੂੰ ਨਾ ਵਿਸਾਰੋ। ਹੱਸ ਕੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ। ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ। ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ, ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ, ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ। ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਗਲਾ ਹੈਂਡ ਰੇਜ਼ ਲੈਣ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤਾਂ ਦੀਦੀ ਰਮਨਪ੍ਰੀਤ ਕੌਰ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਮੇਰਾ ਸਵਾਲ ਇਹ ਹੈ ਕਿ ਅਨਹਦ ਦਰਵਾਜ਼ੇ ਕੀ ਹੁੰਦੇ ਆ? ਵਾਹਿਗੁਰੂ ਜੀ, ਮੇਰਾ ਸਵਾਲ ਇਹ ਹੈ ਕਿ ਅਨਹਦ ਦਰਵਾਜ਼ੇ ਕੀ ਹੁੰਦੇ ਆ? ਰਮਨਪ੍ਰੀਤ ਕੌਰ ਜੀ ਜੁੜੇ ਹੋਏ ਨੇ ਤਾਂ ਕਿਰਪਾ ਕਰਕੇ ਜਵਾਬ ਦੇਣ। ਇਹਨਾਂ ਦਾ ਸਵਾਲ ਹੈ, ਅਣਹੱਦ ਸ਼ਬਦ ਦੇ ਵਾਜੇ ਕੀ ਹੁੰਦੇ? ਭਾਵ ਕਿ ਅਸੀਂ ਇਸ ਸਥਿਤੀ ਤੱਕ ਪਹੁੰਚ ਜਾਣਾ, ਸਾਨੂੰ ਇੰਨਾ ਗਿਆਨ ਹੋ ਜਾਣਾ ਕਿ ਜਿਹੜਾ ਸਾਡੇ ਅੰਦਰੋਂ ਗਿਆਨ ਫੁੱਟ ਜਾਣਾ, ਸਾਡੇ ਅੰਦਰੋਂ ਗਿਆਨ ਫੁੱਟਣ ਲੱਗ ਜਾਣਾ, ਉਸਨੂੰ ਅਣਹੱਦ ਸ਼ਬਦ ਦੇ ਵਾਜੇ ਕਹਿੰਦੇ ਨੇ। ਜਦੋਂ ਭਾਈ ਸਾਧਾ ਸਿੰਘ ਬੜੀ ਸੰਗਤ ਦੀ ਸੇਵਾ, ਸਿਮਰਨ ਫਲ ਉਸ ਗੁਰੂ ਦੇ ਵਿੱਚ ਇੰਨਾ ਲੀਨ ਹੋ ਚੁੱਕੇ ਸੀ, ਇੰਨਾ ਗਿਆਨ ਆ ਚੁੱਕਿਆ ਸੀ, ਤਾਂ ਉਹਨਾਂ ਦੇ ਅੰਦਰ ਅਣਹੱਦ ਦੇ ਸ਼ਬਦ ਦੇ ਵਾਜੇ ਵੱਜਣ ਲੱਗ ਪਏ ਸੀ। ਵਾਜੇ ਭਾਵ ਕਿ ਆਵਾਜ਼ ਵੱਜਣ ਲੱਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਵਧੀਆ ਜਿਹੜਾ ਇਹਦਾ ਵਿਸ਼ਾ ਰਿਹਾ ਸਾਡਾ ਜੀ, ਨਸ਼ਾ ਕਰੀਏ ਪਰ ਕਿਹੜਾ। ਥੋੜਾ ਟਾਈਮ ਪਹਿਲਾਂ ਜਿਹੜੀ ਹੈਗੀ ਹੈ, ਮੈਂ ਕਵਿਤਾ ਲਿਖੀ ਸੀ ਪੰਜਾਬ ਦੇ ਉੱਪਰ। ਉਹਦੇ ਵਿੱਚ ਮੈਂ ਇੱਕ ਪਹਿਰਾ ਦਿੱਤਾ ਸੀਗਾ ਨਸ਼ੇ ਤੇ ਸੀਗੀ। ਸੋ ਮੈਂ 2 ਮਿੰਟ ਦੇ ਵਿੱਚ ਜਿਹੜਾ ਕੰਪਲੀਟ ਕਰੂੰਗਾ। ਸਿਲਸਿਲਾ ਲੱਗੇ ਨਸ਼ਿਆਂ ਦਾ, ਚੱਲੀ ਏਦਾਂ ਹੀ ਜਾਵੇਗਾ। ਚੜ੍ਹਦੀ ਜਵਾਨੀ ਦੱਸੋ, ਚੜ੍ਹਦੀ ਜਵਾਨੀ ਦੱਸੋ, ਕੌਣ ਉਹ ਬਚਾਵੇਗਾ। ਵਿੱਚ ਸ਼ਮਸ਼ਾਨਾਂ ਦੇ ਰੁੱਲ ਜਾਣੀ, ਵਿੱਚ ਸ਼ਮਸ਼ਾਨਾਂ ਦੇ ਰੁੱਲ ਜਾਣੀ। ਜ਼ਿੰਦਗੀ ਧੀਆਂ ਤੇ ਮਾਵਾਂ ਦੀ, ਤਰਸਣਾ ਬੂੰਦ ਬੂੰਦਲੀ ਜਾਵੇ। ਧਰਤੀ 5 ਦਰਿਆਵਾਂ ਦੀ, ਤਰਸਣਾ ਬੂੰਦ ਬੂੰਦਲੀ ਜਾਵੇ। ਧਰਤੀ 5 ਦਰਿਆਵਾਂ ਦੀ। ਜਿਵੇਂ ਪਹਿਲੀ ਲਾਈਨ ਸੀ ਕਿ ਸਿਲਸਿਲਾ ਲੱਗੇ ਨਸ਼ਿਆਂ ਦਾ, ਚੱਲੀ ਏਦਾਂ ਹੀ ਜਾਵੇਗਾ। ਇਹਦੇ ਤੋਂ ਇਹ ਬਿਆਨ ਹੁੰਦਾ ਕਿ ਜਿਹੜਾ ਨਸ਼ਿਆਂ ਦਾ ਸਿਲਸਿਲਾ ਹੈ ਚੱਲੀ ਜਾਵੇਗਾ, ਚੱਲਦਾ ਹੀ ਰਹੂਗਾ। ਤੇ ਅਸੀਂ ਦੇਖੀਏ ਕਿ ਅਸੀਂ ਕਿਹੜਾ ਨਸ਼ਾ ਕਰਨਾ। ਜਿਵੇਂ ਕੱਲ ਗੱਲ ਕੀਤੀ ਸੀ ਨਾ ਆਪਾਂ ਨਿਤਨੇਮ ਦੇ ਬਾਰੇ ਦੱਸਿਆ ਸੀ, ਉਹ ਕਹਿ ਰਹੇ ਸੀ ਕਿ ਜਿਹੜਾ ਨਿਤਨੇਮ ਹੈ ਨਾ, ਇਹ ਸਾਡੇ ਮਨ ਦੀ ਖੁਰਾਕ ਹੈ। ਤਾਂ ਅਸੀਂ ਦੇਖੀਏ ਜਿਹੜਾ ਅਸੀਂ ਨਸ਼ਾ ਕਿਹੜਾ ਕਰਨਾ। ਨਸ਼ਾ ਇੱਕ ਤਾਂ ਨਸ਼ਾ ਹੁੰਦਾ ਜਿਹੜਾ ਅਸੀਂ ਕਹਿ ਦਿੰਦੇ ਦਾਰੂ ਆ, ਸਿਗਰਟ ਹੈ, ਇਹ ਤਨ ਦਾ ਨਸ਼ਾ ਕਿ ਕੁਝ ਕੁ ਪਲ ਦੇ ਲਈ ਸਾਡੇ ਤਨ ਨੂੰ ਸਕੂਨ ਮਿਲਦਾ ਹੈ। ਤੇ ਜਿਹੜਾ ਮਨ ਦਾ ਨਸ਼ਾ ਉਹ ਕੀ ਆ? ਅਸੀਂ ਨਸ਼ਾ ਕਿਹੜਾ ਕਰਨਾ ਹੈ? ਅਸੀਂ ਨਸ਼ੇ ਬਿਨਾਂ ਰਹਿ ਤੇ ਸਕਦੇ ਨਹੀਂ। ਅਸੀਂ ਕੀ ਕਰੀਏ? ਬਦਲ ਲਈਏ ਉਹਨੂੰ ਵੀ ਨਸ਼ਾ ਅਸੀਂ ਮਨ ਦਾ ਕਰੀਏ। ਕਿਹੜਾ? ਸੇਵਾ ਦਾ ਨਸ਼ਾ ਕਰੀਏ, ਸਿਮਰਨ ਦਾ ਕਰੀਏ, ਨਿਤਨੇਮ ਦਾ ਕਰੀਏ, ਖੁਸ਼ੀ ਦਾ ਨਸ਼ਾ ਕਰੀਏ। ਖੁਸ਼ੀ ਦਾ ਨਸ਼ਾ ਸਭ ਤੋਂ ਵੱਡਾ ਨਸ਼ਾ ਕਿ ਅਸੀਂ ਕਿਸੇ ਨੂੰ ਖੁਸ਼ੀ ਵੰਡਾਂਗੇ ਤੇ ਸਾਡੇ ਕੋਲ। ਅਸੀਂ ਸਿੱਖਣ ਦਾ ਨਸ਼ਾ ਕਰੀਏ ਜੇ ਅਸੀਂ ਫ੍ਰੀ ਟਾਈਮ ਦੇ ਵਿੱਚ ਫ੍ਰੀ ਟਾਈਮ ਦੇ ਵਿੱਚ ਅਸੀਂ ਸ਼ਰਾਬ ਪੀਣ ਦਾ ਨਸ਼ਾ ਕਰਾਂਗੇ। ਉਸ ਤੋਂ ਇਲਾਵਾ ਅਸੀਂ ਕਰੀਏ ਸਿੱਖਣ ਦਾ ਨਸ਼ਾ ਕਰੀਏ, ਕਿਤਾਬਾਂ ਤੋਂ, ਕਿਸੇ ਚੰਗੀ ਚੀਜ਼ ਤੋਂ ਉਹਨੂੰ ਸਿੱਖੀਏ। ਪੜ੍ਹਾਈ ਦਾ ਨਸ਼ਾ ਕਰੀਏ, ਅਸੀਂ ਪੜ੍ਹੀਏ। ਜੇ ਅਸੀਂ ਫ੍ਰੀ ਹਾਂ ਤਾਂ ਅਸੀਂ ਪੜ੍ਹਾਈ ਦਾ ਨਸ਼ਾ ਕਰੀਏ, ਪੜ੍ਹਨ ਲੱਗ ਜਾਈਏ। ਇਹ ਵੀ ਇੱਕ ਨਸ਼ਾ ਹੈ। ਅਸੀਂ ਦੇਖਣਾ ਮਨ ਦਾ ਨਸ਼ਾ ਕਰੀਏ, ਅਸੀਂ ਤਨ ਦਾ ਨਸ਼ਾ ਨਹੀਂ ਕਰਨਾ ਜੀ। ਜਿਵੇਂ ਇੱਕ ਆਪਾਂ ਕਨਸੈਪਟ ਚੇਂਜ ਕੀਤਾ, ਜਿਵੇਂ ਆਪਾਂ ਅੱਜ ਗੱਲ ਕੀਤੀ ਨਸ਼ਾ ਕਰੀਏ ਪਰ ਕਿਹੜਾ। ਮਤਲਬ ਕਿ ਅਸੀਂ ਕਨਸੈਪਟ ਚੇਂਜ ਕਰਤਾ ਕਿ ਅਸੀਂ ਮਨ ਦਾ ਨਸ਼ਾ ਕਰਨਾ ਹੈ, ਤਨ ਦਾ ਨਸ਼ਾ ਨਹੀਂ ਕਰਨਾ। ਉਵੇਂ ਅਸੀਂ ਕਨਸੈਪਟ ਇੱਕ ਹੋਰ ਚੇਂਜ ਕਰਨਾ ਹੈ। ਧਿਆਨ ਦੇ ਵਿੱਚ ਬਹੁਤਿਆਂ ਨੇ ਸੁਣਿਆ ਵੀ ਹੋਊਗਾ ਇਹ ਗੱਲ ਨੂੰ ਕਿ ਪਿੱਛੇ ਜਿਹੇ ਇੱਕ ਗੀਤ ਆਇਆ ਸੀ ਗੁਰਦਾਸ ਮਾਨ ਦਾ। ਉਹਦੇ ਵਿੱਚੋਂ ਗੁਰਦਾਸ ਮਾਨ ਕਹਿੰਦਾ ਵੀ ਆਪਣਾ ਪੰਜਾਬ ਹੋਵੇ ਹਨਾ, ਤੇ ਘਰ ਦੀ ਸ਼ਰਾਬ ਹੋਵੇ, ਮੰਜੇ ਤੇ ਬੈਠਾ ਜੱਟ ਬਣਿਆ ਕਬਾਬ ਹੋਵੇ। ਉਹ ਇਹ ਗੱਲ ਕਹਿੰਦਾ। ਪਰ ਅਸੀਂ ਇਹਨੂੰ ਵੀ ਚੇਂਜ ਕਰਨਾ। ਅਸੀਂ ਇਹਨੂੰ ਕਿਵੇਂ ਚੇਂਜ ਕਰਨਾ ਕਿ ਆਪਣਾ ਪੰਜਾਬ ਹੋਵੇ, ਹੱਥ 'ਚ ਕਿਤਾਬ ਹੋਵੇ। ਆਪਣਾ ਪੰਜਾਬ ਹੋਵੇ, ਹੱਥ 'ਚ ਕਿਤਾਬ ਹੋਵੇ। ਤੇ ਜੇ ਸਾਡੇ ਹੱਥ 'ਚ ਕਿਤਾਬ ਹੋਊਗੀ ਨਾ ਤਾਂ ਅਸੀਂ ਫੱਟੇ ਚੱਕ ਦਿਆਂਗੇ। ਅਸੀਂ ਕਹਿ ਦਿੰਦੇ ਹਾਂ ਨਾ, ਆਪਾਂ ਅੱਜ ਫਲਾਨੀ ਥਾਂ ਚੱਲੇ, ਫੱਟੇ ਚੱਕ ਦੇਣੇ ਆ। ਤੇ ਜੇ ਫੱਟੇ ਤਾਂ ਹੀ ਚੱਕੇ ਜਾਂਦੇ ਆ
ਜੇ ਸਾਡੇ ਕੱਚ 'ਚ ਕਿਤਾਬ ਹੋਊ। ਕਿਉਂ? ਸਿਆਣੇ ਕਹਿੰਦੇ ਜੇ ਕੱਚ 'ਚ ਕਿਤਾਬ ਹੋਵੇ ਨਾ, ਬਹੁਤਾ ਕੁਝ ਸਿੱਖਣ ਨੂੰ ਕਈ ਵਾਰੀ ਮਿਲ ਜਾਂਦਾ ਹੈ ਤੇ ਉਹਨੂੰ ਡਾਇਰੀ 'ਤੇ ਨੋਟ ਕੀਤਾ ਜਾਂਦਾ। ਤੇ ਫੱਟੇ ਚੱਕਣ ਦਾ ਇੱਕ ਤਰੀਕਾ ਇਹੀ ਹੈ ਕਿ ਜੇ ਸਾਡੇ ਕੱਚ 'ਚ ਕਿਤਾਬ ਆ ਨਾ, ਸਮਝ ਲਓ ਅਸੀਂ ਫੱਟੇ ਚੱਕ ਦੀ। ਸੋ ਇਹਨੂੰ ਵੀ ਅਸੀਂ ਕੰਸੈਪਟ ਨੂੰ ਚੇਂਜ ਕਰ ਲਈ ਥੋੜਾ ਜਿਹਾ। ਜਿਹੜਾ ਗੀਤ ਹੈਗਾ ਉਹ ਅਸੀਂ ਆਪਦੇ ਤਰੀਕੇ ਨਾਲ ਕਰ ਲਈਏ ਕਿ ਆਪਣਾ ਪੰਜਾਬ ਹੋਵੇ, ਕੱਚ 'ਚ ਕਿਤਾਬ ਹੋਵੇ। ਜੇ ਅਸੀਂ ਆਪਦੇ ਜਿਹੜੇ ਕਿਤਾਬ ਲੈ ਕੇ ਰੱਖੀ, ਕਿਤਾਬ ਦਾ ਨਸ਼ਾ, ਕਿਤਾਬਾਂ ਦਾ, ਗੁਰਬਾਣੀ ਦਾ, ਸਿੱਖਣ ਦਾ, ਪੜ੍ਹਾਈ ਦਾ, ਏਦਾਂ ਦੇ ਨਸ਼ੇ ਕਰੀਏ। ਨਸ਼ਾ ਕਰਨਾ ਜ਼ਰੂਰ ਆ। ਅਸੀਂ ਗੱਲ ਕੀਤੀ ਨਸ਼ਾ ਕਰਨਾ, ਪਰ ਕਿਹੜਾ? ਹਨਾ, ਨਸ਼ਾ ਕਰਨਾ ਜ਼ਰੂਰ ਆ, ਪਰ ਸਿਲੈਕਟ ਕੀਤਾ ਅਸੀਂ ਵੀ ਕਿਹੜਾ ਨਸ਼ਾ ਕਰਨਾ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਵਧੀਆ ਲੱਗਿਆ ਹੋਊਗਾ ਜੋ ਵੀ ਸੈਸ਼ਨ ਅੱਜ ਹੋਇਆ, ਤੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਊਗਾ ਕਿ ਅਸੀਂ ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ। ਸੋ ਜਿਹੜੇ ਨਸ਼ੇ ਦੀ ਅੱਜ ਗੱਲ ਕੀਤੀ ਗਈ ਹੈ, ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਉਹੀ ਨਸ਼ਾ ਕਰੀਏ, ਗੁਰਬਾਣੀ ਦਾ, ਨਿਤਨੇਮ ਦਾ, ਖੁਸ਼ੀਆਂ ਦਾ, ਸਿੱਖਣ ਦਾ, ਪੜ੍ਹਾਈ ਦਾ। ਸੋ ਇਹਨਾਂ ਕਹਿੰਦਾ ਹੋਇਆ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਧੰਨਵਾਦ ਵੀਰ ਜੀ। ਸਕੇ ਜੀ। ਹਾਂਜੀ 12927। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਇਹ ਸਵਾਲ ਸੀ ਕਿ ਜੋ ਭੈਣ ਜੀ ਨੇ 5 ਮੰਮੇ ਦੇ ਅਰਥ ਦੱਸੇ ਕਿ ਉਹ ਦੁਬਾਰਾ ਰਿਪੀਟ ਕਰ ਸਕਦੇ ਨੇ? ਹਾਂਜੀ ਰਮਨ ਭੈਣ ਜੀ। ਅੱਜ ਅਸੀਂ 5 ਮੰਮੀ। ਪਹਿਲਾ ਮੰਮਾ ਮੋਨਾ, ਹਾਂਜੀ ਇਹ ਵੀ ਇੱਕ ਨਸ਼ਾ। ਮੋਨਾ ਭਾਵ ਕਿ ਆਪਣੇ ਕੇਸ ਕਟਵਾ ਦੇਣੇ। ਦੂਜਾ ਨਸ਼ਾ ਮੈਡੀਕਲ, ਠੀਕ ਹੈ ਇਹ ਜੀ। ਵੀ ਨਸ਼ਾ ਹੈ, ਡਰੱਗਸ ਲੈਣੇ ਜਾਂ ਨਸ਼ੇ ਟੀਕੇ ਲੈਣੇ। ਤੇ ਤੀਜਾ ਨਸ਼ਾ ਹੈ ਮੁੰਦਰਾ, ਕੰਨਾਂ ਵਿੱਚ ਕਈ ਨੱਤੀਆਂ ਨਹੀਂ ਪਵਾ ਲੈਂਦੇ, ਕਹਿੰਦੇ ਨੇ ਵੀ ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ। ਚੌਥਾ ਨਸ਼ਾ ਹੈ ਮੋਟਰਸਾਈਕਲ, ਅਵਾਰਾਗਰਦੀ ਉਹਦੀ ਕਰਨੀ, ਦੁਰਵਰਤੋਂ ਕਰਨੀ, ਅਵਾਰਾਗਰਦੀ, ਸਾਰਾ ਦਿਨ ਗਲੀਆਂ ਦੇ ਵਿੱਚ ਮੋਟਰਸਾਈਕਲ ਤੇ ਫਿਰਦੇ ਰਹਿਣਾ। ਚੌਥਾ ਨਸ਼ਾ ਹੈ ਮਨਮੱਤ ਦਾ ਨਸ਼ਾ। ਮਨਮੱਤ ਤਾਂ ਸਭ ਨੂੰ ਪਤਾ ਹੀ ਹੈ ਕਿ ਕੀ ਹੁੰਦੀ ਹੈ, ਮੈਂ ਪਹਿਲਾਂ ਵੀ ਵਿਚਾਰ ਕਰਕੇ ਹਟੀ ਹਾਂ। ਹਾਂਜੀ 5 ਮੰਮੇ, ਮੋਨਾ, ਮੈਡੀਕਲ, ਮੁੰਦਰਾ, ਮੋਟਰਸਾਈਕਲ ਤੇ ਮਨਮੱਤ। ਠੀਕ ਹੈ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ। ਮੈਮ ਮੇਰਾ ਇੱਕ ਕੁਐਸਚਨ ਸੀ ਕਿ ਆਪਾਂ ਨਸ਼ਾ ਕਰਨਾ ਕਿਹੜਾ ਹੈ। ਮੈਮ ਮੇਰਾ ਇਹ ਸਵਾਲ ਸੀ ਕਿ ਆਪਾਂ ਨਸ਼ਾ ਕਰਨਾ ਕਿਹੜਾ ਹੈ। ਨਸ਼ਾ ਕਰਨਾ ਹੈ, ਪਰ ਕਿਹੜਾ ਕਰਨਾ ਹੈ? ਅਸੀਂ ਨਸ਼ਾ ਕਰਨਾ ਹੈ ਗੁਰਬਾਣੀ ਦਾ ਨਸ਼ਾ, ਸਿਮਰਨ ਦਾ ਨਸ਼ਾ, ਨਿਤਨੇਮ ਦਾ ਨਸ਼ਾ। ਇਹ ਨਸ਼ਾ ਕਰਨਾ ਹੈ ਚੰਗੇ ਗੁਣਾਂ ਦਾ ਨਸ਼ਾ। ਉਠਤ ਬੈਠਤ ਸੋਵਤ ਧਿਆਈਐ, ਉੱਠਦਿਆਂ ਬਹਿੰਦਿਆਂ ਸੌਂਦਿਆਂ ਹੀ ਉਸ ਪਰਮਾਤਮਾ ਨੂੰ ਧਿਆਉਣਾ ਹੈ। ਇਹ ਨਸ਼ਾ ਕਰਨਾ ਹੈ। ਮਾਪਿਆਂ ਦੇ ਆਗਿਆਕਾਰੀ ਜਾਂ ਕਿੰਨੇ ਹੀ ਚੰਗੇ ਗੁਣਾਂ ਦਾ ਨਸ਼ਾ ਕਰਨਾ ਹੈ। ਜੇ ਇਹ ਨਸ਼ਾ ਕਰਾਂਗੇ ਤਾਂ ਹੀ ਸਾਡਾ ਜੀਵਨ ਸੋਹਣਾ ਬਣੇਗਾ। ਬਹੁਤ ਬਹੁਤ ਧੰਨਵਾਦ ਜੀ, ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਬਹੁਤ ਹੀ ਵਧੀਆ ਵਿਸ਼ਾ ਸੀ। ਸੋ ਕੱਲ ਆਪਾਂ ਫੇਰ ਸਾਰੇ ਜੁੜਾਂਗੇ ਜੀ 4 ਵਜੇ ਤੋਂ 5 ਵਜੇ ਤੱਕ, ਤੇ ਕੋਸ਼ਿਸ਼ ਕਰੀਏ ਕਿ ਆਪ ਸਭ ਹੋਰਨਾਂ ਨੂੰ ਵੀ ਇਸ ਕੈਂਪ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰੀਏ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।